ਦੁਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੁਖ ਧਰਮ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੈ ਕਰਮ ਧਿਆਨ ਪਤ ਪਰਾਪਤ ਪਤ ਕੈ ਸਾਧ ਖਾਦਾ ਲਹੈ ਦਾਨਾ ਕੈ ਸਿਰ ਦਾਨ ਨਾਨਕ ਗੁਰ ਸੰਤੋਖ ਰੁਖ ਧਰਮ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੈ ਕਰਮ ਧਿਆਨ ਪਤ ਕੈ ਸਾਧ ਖਾਦਾ ਲਹੈ ਦਾਨਾ ਕੈ ਸਿਰ ਦਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਚੌਜੀ ਪਾਤਸ਼ਾਹ ਜੀ ਦੇ ਮਹਾਨ ਤਖਤ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਇਹ ਸਤ ਸੰਗਤ ਦੀਆਂ ਘੜੀਆਂ ਦਾ ਪਵਿੱਤਰ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਪਵਿੱਤਰ ਦਰਬਾਰ ਅੰਦਰ ਅੰਮ੍ਰਿਤ ਪਵਿੱਤਰ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਮਨ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸੱਚੇ ਪਾਤਸ਼ਾਹ ਦੀਨਾ ਬੰਧੂ ਕਿਰਪਾ ਦੇ ਸਾਗਰ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਮਾਝ ਰਾਗ ਦੀ ਵਾਰ ਦਾ ਇਹ 20ਵਾਂ ਸ਼ਬਦ ਸਤਿਗੁਰੂ ਜੀ ਉਚਾਰਨ ਕਰ ਰਹੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ
ਪਵਿੱਤਰ ਸ਼੍ਰੀ ਕੰਠ ਤੋਂ ਫਰਮਾਨ ਕਰਦੇ ਹਨ। ਨਾਨਕ ਗੁਰ ਸੰਤੋਖ ਰੁਖ। ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਪਾਰ ਬ੍ਰਹਮ ਪਰਮੇਸ਼ਰ ਨੂੰ ਗੁਰੂ ਰੂਪ ਕਰਕੇ ਕਥਨ ਕੀਤਾ ਹੈ ਅਤੇ ਸਤਿਗੁਰਾਂ ਜੀ ਨੇ ਰੁੱਖ ਦਾ ਦ੍ਰਿਸ਼ਟਾਂਤ ਦੇ ਕਰਕੇ ਦੱਸਿਆ ਕਿ ਭਾਈ ਸਾਡੇ ਜੋ ਅਕਾਲ ਪੁਰਖ ਵਾਹਿਗੁਰੂ ਜੀ ਗੁਰੂ ਹਨ ਉਹ ਕੈਸੇ ਰੁੱਖ ਹਨ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਰੁੱਖ ਦਾ ਦ੍ਰਿਸ਼ਟਾਂਤ ਦੇ ਕਰਕੇ ਹਜ਼ੂਰ ਸਾਨੂੰ ਸਿੱਖਿਆ ਦਿੰਦੇ ਆ। ਨਾਨਕ ਗੁਰ ਸੰਤੋਖ ਰੁਖ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਜੋ ਅਗਿਆਨਤਾ ਦੇ ਹਨੇਰੇ ਨੂੰ ਮੇਟ ਕਰਕੇ ਰੌਸ਼ਨੀ ਦਾ ਪ੍ਰਕਾਸ਼ ਕਰ ਦਿੰਦਾ ਹੈ ਨਾ, ਪਾਰ ਬ੍ਰਹਮ ਪਰਮੇਸ਼ਰ ਮਹਾਰਾਜ ਕਹਿੰਦੇ ਉਹ ਸਾਡਾ ਗੁਰੂ ਹੈ। ਤੇ ਸਾਡੇ ਪਾਰ ਬ੍ਰਹਮ ਪਰਮੇਸ਼ਰ ਜੋ ਗੁਰੂ ਹਨ ਉਹ ਸੰਤੋਖ ਦਾ ਰੁੱਖ ਹਨ। ਜਿਵੇਂ ਆਪਾਂ ਰੁੱਖ ਵੇਖਦੇ ਹਾਂ ਤਰ੍ਹਾਂ ਤਰ੍ਹਾਂ ਦੇ ਹੈ, ਉਹਨਾਂ ਨੂੰ ਫਲ ਵੀ ਤਰ੍ਹਾਂ ਤਰ੍ਹਾਂ ਦੇ ਲੱਗਦੇ ਹੈ ਤੇ ਇੱਕੇ ਜਿਹੇ ਫਲ ਜਿਹੜੇ ਹੈ ਉਹ ਵੱਖਰੇ ਵੱਖਰੇ ਰੁੱਖਾਂ ਨੂੰ ਨਹੀਂ ਲੱਗਦੇ। ਜਿਵੇਂ ਅੰਬ ਦੀ ਨਸਲ ਦਾ ਰੁੱਖ ਹੈ ਤੇ ਉਹਨੂੰ ਅੰਬ ਹੀ ਲੱਗਦੇ ਹੈ, ਫਿਰ ਹੋਰ ਸੰਤਰੇ ਆਉਂਦੇ ਹੈ। ਕਿਉਂ ਮਹਾਰਾਜ ਨੇ ਕਿਹਾ ਭਾਈ ਜਿਹੜੇ ਪਾਰ ਬ੍ਰਹਮ ਪਰਮੇਸ਼ਰ ਸਾਡੇ ਗੁਰੂ ਨੇ ਉਹ ਸੰਤੋਖ ਦਾ ਰੁੱਖ ਹਨ। ਤੇ ਫਿਰ ਹੁਣ ਰੁੱਖ ਨੂੰ ਤਾਂ ਸਾਧ ਸੰਗਤ ਜੀ ਫਲ ਵੀ ਲੱਗਦਾ ਹੈ, ਫੁੱਲ ਵੀ ਪੈਂਦੇ ਹੈ, ਪੱਤੇ ਵੀ ਹੁੰਦੇ ਹੈ, ਟਾਹਣੀਆਂ ਵੀ ਹੁੰਦੀਆਂ ਹਨ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਨੇ ਪਰਮੇਸ਼ਰ ਨੂੰ ਜੋ ਆਪ ਦੇ ਗੁਰੂ ਹਨ ਮਹਾਰਾਜ ਆਪ ਜੀ ਨੇ ਉਹਨਾਂ ਨੂੰ ਸੰਤੋਖ ਦਾ ਰੁੱਖ ਕਥਨ ਕੀਤਾ ਹੈ। ਤੇ ਮਹਾਰਾਜ ਗੁਰੂ ਰੂਪੀ ਸੰਤੋਖ ਦੇ ਰੁੱਖ ਨੂੰ ਫਲ ਕਿਹੜੇ ਲੱਗਦੇ ਹੈ, ਫੁੱਲ ਕਿਹੜੇ ਲੱਗਦੇ ਆ ਮਹਾਰਾਜ, ਪੱਤੇ ਟਾਹਣੀਆਂ ਕਿਹੜੇ ਹਨ, ਇਹ ਸਤਿਗੁਰੂ ਜੀ ਨੂੰ ਫਿਰ ਸਿੱਖਾਂ ਨੇ ਪ੍ਰਸ਼ਨ ਕੀਤਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਗੁਰੂ ਕਥਨ ਕੀਤਾ ਹੈ। ਮਹਾਰਾਜ ਜੀ ਸੱਚਖੰਡ ਜਦੋਂ ਵੇਈ ਰਾਹੀਂ ਪ੍ਰਵੇਸ਼ ਕਰਕੇ ਮਹਾਰਾਜ ਗਏ ਹੈ ਉਦੋਂ ਇਹ ਸੱਚਖੰਡ ਚੋਂ ਹੀ ਮਹਾਰਾਜ ਨੇ ਜਿਹੜਾ ਮੰਤਰ ਹੈ ਮੂਲ ਮੰਤਰ ਇਹ ਮਹਾਰਾਜ ਨਿਰੰਕਾਰ ਦੇ ਪਾਸੋਂ ਲੈ ਕਰਕੇ ਆਏ। ਗੁਰਪ੍ਰਸਾਦ ਤੱਕ ਮਹਾਮੰਤਰ ਨਿਰੰਕਾਰ ਨੇ ਵਾਹਿਗੁਰੂ ਜੀ ਨੇ ਬਖਸ਼ਿਆ ਤੇ ਵਾਹਿਗੁਰੂ ਦੀ ਉਸਤਤ ਵਿੱਚ ਫਿਰ ਸਤਿਗੁਰਾਂ ਜੀ ਨੇ ਅੱਗੇ ਕਿਹਾ ਕਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਗਿਆ ਹੋਈ ਇਸ ਨੂੰ ਮਿਲਾ ਕੇ ਸੰਸਾਰ ਦੀ ਕਲਿਆਣ ਕਰੋ। ਮਹਾਰਾਜ ਜੀ ਨੇ ਫਿਰ ਸੱਚੇ ਪਾਤਸ਼ਾਹ ਨੇ ਇਹ ਮੂਲ ਮੰਤਰ ਸੰਸਾਰ ਨੂੰ ਗੁਰੂ ਰੂਪ ਹੋ ਕਰਕੇ ਆਪ ਬਖਸ਼ਿਆ। ਮਹਾਰਾਜ ਆਪ ਸਾਰੇ ਹੀ ਸੰਸਾਰ ਦੇ ਗੁਰੂ ਹਨ। ਜਾਣੀਏ ਇਹ ਫਲ ਸਾਡੇ ਗੁਰੂ ਨਾਨਕ ਸਾਹਿਬ ਜੀ ਰੂਪੀ ਬ੍ਰਿਕਸ਼ ਨੂੰ ਲੱਗਦੇ ਹੈ, ਗੁਰੂ ਅੰਗਦ ਸਾਹਿਬ ਜੀ ਰੂਪੀ ਬ੍ਰਿਕਸ਼ ਨੂੰ ਇਹ ਸਾਰੇ ਫਲ ਲੱਗਦੇ ਹੈ। ਹੁਣ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਗੁਰੂ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਸੰਤੋਖ ਦਾ ਰੁੱਖ ਜਾਣ ਕੇ ਇਹ ਫਲ ਖਾਧਾ। ਸਾਧ ਸੰਗਤ ਜੀ ਇਉਂ ਜਿਨ੍ਹਾਂ ਸਿੱਖਾਂ ਨੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਸੰਤੋਖ ਦਾ ਰੁੱਖ ਜਾਣ ਕੇ ਠੰਡੀ ਛਾਂ ਮਾਣੀ, ਸਤਿਗੁਰੂ ਜੀ ਦੇ ਕੋਲੋਂ ਫਲ ਖਾਧੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਉਂ ਸੰਤੋਖ ਰੂਪੀ ਬ੍ਰਿਕਸ਼ ਦੇ ਜਿਹੜੇ ਜਿਹੜੇ ਸੁੱਖ ਮਾਣੇ ਆ ਮਹਾਰਾਜ ਕਹਿੰਦੇ ਭਾਈ ਇਹ ਗੁਰੂ ਰੂਪੀ ਜੋ ਬ੍ਰਿਕਸ਼ ਹਨ ਨਾ ਉਹ ਸੰਤੋਖ ਦੇ ਬ੍ਰਿਕਸ਼ ਹਨ, ਸੰਤੋਖ ਦੇ ਰੁੱਖ ਹਨ। ਹੁਣ ਮਹਾਰਾਜ ਦੱਸਦੇ ਆ ਕਿ ਭਾਈ ਫਿਰ ਫਲ ਕਿਹੜੇ ਲੱਗਦੇ ਆ ਗੁਰੂ ਰੂਪੀ ਰੁੱਖ ਨੂੰ ਤੇ ਫੁੱਲ ਕਿਹੜੇ ਪੈਂਦੇ ਆ। ਹਜ਼ੂਰ ਫਰਮਾਉਂਦੇ ਹਨ ਧਰਮ ਫੁੱਲ ਫਲ ਗਿਆਨ। ਧਰਮ ਰੂਪੀ ਮਹਾਰਾਜ ਕਹਿੰਦੇ ਫੁੱਲ ਪੈਂਦਾ ਹੈ ਤੇ ਬ੍ਰਹਮ ਗਿਆਨ ਰੂਪੀ ਮਹਾਰਾਜ ਕਹਿੰਦੇ ਫਲ ਲੱਗਦਾ ਹੈ ਗੁਰੂ ਰੂਪੀ ਰੁੱਖ ਨੂੰ। ਜਦੋਂ ਆਪਾਂ ਰੁੱਖ ਵੇਖਦੇ ਹਾਂ ਤੇ ਉਹਦੇ ਫੁੱਲ ਵੀ ਵੇਖਦੇ ਹਾਂ ਤੇ ਫਲ ਵੀ ਵੇਖਦੇ ਹਾਂ। ਹੁਣ ਅੰਤਰੀਵ ਹੈ ਜਿਨ੍ਹਾਂ ਨੇ ਗੁਰੂ ਰੂਪੀ ਰੁੱਖ ਦੀ ਛਾਂ ਥੱਲੇ ਆਉਣਾ ਕੀਤਾ ਹੈ ਜਾਂ ਛਾਂ ਥੱਲੇ ਆਉਣਾ ਹੁੰਦਾ ਇਹ ਸ਼ਰਨ ਵਿੱਚ ਆਉਣਾ। ਫਿਰ ਜਿਨ੍ਹਾਂ ਨੇ ਆਪਣੇ ਹਿਰਦੇ ਦੀ ਧਰਤੀ ਦੇ ਉੱਪਰ
ਗੁਰੂ ਸਾਹਿਬ ਨਾਲ ਸਾਧ ਸੰਗਤ ਜੀ ਜਿਹੜਾ ਲਗਾਵ ਕਰਨਾ, ਗੁਰੂ ਸਾਹਿਬ ਦੀ ਸਿੱਖੀ ਧਾਰਨ ਕਰਨੀ ਹੈ ਜਿਹੜੀ ਹੈ ਨਾ, ਇਹ ਫਿਰ ਹਿਰਦੇ ਰੂਪੀ ਧਰਤੀ ਦੇ ਉੱਤੇ ਗੁਰੂ ਰੂਪੀ ਸੰਤੋਖ ਰੁੱਖ ਉੱਗਦਾ ਹੈ। ਤੇ ਉਸ ਗੁਰੂ ਰੂਪੀ ਸੰਤੋਖ ਰੁੱਖ ਨੂੰ ਮਹਾਰਾਜ ਕਹਿੰਦੇ ਆ ਭਾਈ ਸ਼ੁਭ ਗੁਣਾ ਰੂਪੀ ਪੱਤੇ ਲੱਗਦੇ ਐ। ਕਰੁਣਾ, ਮੈਤਰੀ, ਮੁਦਤਾ, ਅਪੇਖਿਆ, ਇਹ ਟਹਿਣੀਆਂ ਹਨ ਗੁਰੂ ਰੂਪੀ ਸੰਤੋਖ ਰੁੱਖ ਨੂੰ। ਤੇ ਧਰਮ ਰੂਪੀ ਫੁੱਲ ਪੈਂਦਾ ਹੈ, ਕਿਉਂਕਿ ਪਹਿਲਾਂ ਫੁੱਲ ਪੈਂਦਾ ਹੈ ਤੇ ਫਿਰ ਫਲ ਪੈਂਦਾ ਹੈ। ਜੇ ਜੀਵ ਧਰਮੀ ਨਹੀਂ ਤੇ ਉਹਨੂੰ ਗਿਆਨ ਰੂਪੀ ਫਲ ਨਹੀਂ ਪੈ ਸਕਦਾ ਹੈ। ਇਸ ਕਰਕੇ ਜਿਹੜੇ ਭਾਈ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਂਦੇ ਆ ਤੇ ਧਰਮ ਨਹੀਂ ਧਾਰਨ ਕਰਦੇ, ਉਹ ਫਿਰ ਗਿਆਨ ਰੂਪੀ ਪੱਕਿਆ ਫਲ ਨਹੀਂ ਪ੍ਰਾਪਤ ਕਰ ਸਕਦੇ। ਜਿਨ੍ਹਾਂ ਨੇ ਧਰਮ ਧਾਰਨ ਕੀਤਾ ਨਾ, ਇਹ ਫੁੱਲ ਪੈਣਾ ਹੈ। ਮਹਾਰਾਜ ਕਹਿੰਦੇ ਭਾਈ ਧਰਮ ਦੀ ਦਾਤ ਹੀ ਗੁਰੂ ਸਾਹਿਬ ਦੇ ਕੋਲੋਂ ਪ੍ਰਾਪਤ ਹੁੰਦੀ ਹੈ, ਉਵੇਂ ਧਰਮ ਦੇ ਕਮਾਉਣ ਦੀ ਦਾਤ ਨਹੀਂ ਪ੍ਰਾਪਤ ਹੁੰਦੀ। ਕਿਉਂਕਿ ਸੁੱਖਾਂ ਵਿੱਚ ਤਾਂ ਜੀਵ ਦਾਅਵਾ ਕਰਦਾ ਹੀ ਹੈ ਕਿ ਮੈਂ ਧਰਮੀ ਹਾਂ, ਪਰ ਧਰਮ ਦੀ ਇਸ ਸਾਧ ਸੰਗਤ ਜੀ ਮਰਿਆਦਾ ਵਿੱਚ ਦੁੱਖ ਦੇ ਸਮੇਂ ਰਹਿਣਾ ਬੜਾ ਔਖਾ ਹੈ। ਧਰਮ ਨੂੰ ਕਮਾਉਣਾ, ਦੁੱਖ ਦੇ ਸਮੇਂ ਧਰਮ ਦਾ ਪੱਲਾ ਪਕੜ ਕੇ ਰੱਖਣਾ, ਧਰਮ ਤੋਂ ਨਾ ਡੋਲਣਾ, ਚਾਹੇ ਕਿ ਸਿਰ ਵੀ ਚਲਿਆ ਜਾਵੇ। ਫਿਰ ਜਿਹਦਾ ਐਸਾ ਅਕੀਦਾ ਹੁੰਦਾ ਹੈ ਉਹਨੂੰ ਫਿਰ ਗਿਆਨ ਰੂਪੀ ਫਲ ਇਹ ਪ੍ਰਾਪਤ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹੋ ਜਿਹੇ ਬ੍ਰਿਕਸ਼ ਹਨ ਗੁਰੂ ਸਾਹਿਬ ਜੀ, ਇਹ ਅੰਤਰੀਵ ਸਮਝਣਾ ਹੁਣ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਹਿਰਦੇ ਰੂਪੀ ਧਰਤੀ ਦੇ ਉੱਤੇ ਜਦੋਂ ਸੰਤੋਖ ਪ੍ਰਾਪਤ ਹੁੰਦਾ ਹੈ, ਜਾਣੋ ਕਿ ਇਹ ਗੁਰੂ ਸਾਹਿਬ ਜੀ ਦਾ ਜਿਹੜਾ ਸਾਧ ਸੰਗਤ ਜੀ ਸਿੱਖੀ ਦਾ ਬੂਟਾ ਅੰਦਰ ਪ੍ਰਾਪਤ ਹੋਇਆ ਹੈ। ਮਹਾਰਾਜ ਸਾਹਿਬ ਜੀ ਸੰਤੋਖ ਦੇ ਰੁੱਖ ਹਨ। ਤੋ ਮਹਾਰਾਜ ਨੇ ਕਿਹਾ ਕਿ ਭਾਈ ਧਰਮ ਰੂਪੀ ਫੁੱਲ ਪੈਂਦਾ ਹੈ ਤੇ ਗਿਆਨ ਰੂਪੀ ਗੁਰੂ ਰੂਪੀ ਰੁੱਖ ਨੂੰ ਮਹਾਰਾਜ ਕਹਿੰਦੇ ਭਾਈ ਫਲ ਲੱਗਦਾ ਏ। ਰਸ ਰਸਿਆ ਹਰਿਆ ਸਦਾ। ਇਹ ਫਿਰ ਜਿਹੜਾ ਬ੍ਰਹਮ ਗਿਆਨ ਦਾ ਫਲ ਹੈ ਨਾ, ਇਹ ਮਹਾਰਾਜ ਕਹਿੰਦੇ ਭਾਈ ਫਿੱਕਾ ਨਹੀਂ ਹੈ, ਕਿਉਂਕਿ ਕਈ ਫਲ ਫਿੱਕੇ ਹੁੰਦੇ ਆ, ਵੇਖਣ ਨੂੰ ਮਿੱਠੇ ਲੱਗਦੇ ਆ ਪਰ ਖਾਧਿਆਂ ਪਤਾ ਲੱਗਦਾ ਹੈ ਨਾ। ਇਹ ਜਿਹੜਾ ਗੁਰੂ ਮਹਾਰਾਜ ਸਾਹਿਬ ਜੀ ਨੂੰ ਗਿਆਨ ਰੂਪੀ ਫਲ ਲੱਗਿਆ ਹੋਇਆ ਹੈ, ਮਹਾਰਾਜ ਕਹਿੰਦੇ ਨੇ ਰਸ ਰਸਿਆ। ਇੱਕ ਤਾਂ ਰਸ ਨਾਲ, ਪ੍ਰੇਮ ਰਸ ਨਾਲ ਰਸਿਆ ਹੋਇਆ ਹੈ, ਬਹੁਤ ਜ਼ਿਆਦਾ ਪ੍ਰੇਮ ਰਸ ਨਾਲ ਰਸਿਆ ਹੋਇਆ, ਪ੍ਰੇਮ ਦਾ ਰਸ ਚੋਂਦਾ ਹੈ। ਜੇ ਦੁਨਿਆਵੀ ਗਿਆਨ ਪੜ੍ਹ ਵੀ ਲਵੇ ਤੇ ਉਹਦੇ ਵਿੱਚ ਸਾਧ ਸੰਗਤ ਜੀ ਪ੍ਰੇਮ ਰਸ ਨਹੀਂ ਹੁੰਦਾ। ਜਦੋਂ ਪ੍ਰੇਮ ਰਸ ਨਾ ਹੋਵੇ ਤੇ ਫਿਰ ਗਿਆਨ ਦਾ ਜਿਹੜਾ ਯਥਾਰਥ ਲਾਭ ਹੈ ਨਾ, ਉਹ ਨਹੀਂ ਪ੍ਰਾਪਤ ਹੁੰਦਾ। ਗੁਰੂ ਸਾਹਿਬ ਜੀ ਨੂੰ ਜਿਹੜਾ ਬ੍ਰਹਮ ਗਿਆਨ ਰੂਪੀ ਫਲ ਲੱਗਿਆ ਹੋਇਆ ਹੈ, ਇਹ ਪ੍ਰੇਮ ਦੇ ਰਸ ਨਾਲ ਸਦਾ ਹੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਰਸਿਆ ਹੋਇਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਨ ਜਿਨ ਸੰਗਤ ਕੀਤੀ ਸਾਧ ਸੰਗਤ ਜੀ, ਉਹਨਾਂ ਨੇ ਬ੍ਰਹਮ ਗਿਆਨ ਦਾ ਇਹ ਰਸਿਆ ਹੋਇਆ ਜਿਹੜਾ ਪ੍ਰੇਮ ਦਾ ਫਲ ਸੀ ਨਾ, ਉਹ ਖਾਧਾ। ਜੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੋਂ ਇਹ ਬ੍ਰਹਮ ਗਿਆਨ ਦਾ ਪ੍ਰੇਮ ਵਿੱਚ ਰਸਿਆ ਹੋਇਆ ਫਲ ਖਾਧਾ ਤੇ ਆਪ ਨਿਹਾਲ ਹੋਏ, ਗੁਰੂ ਗੱਦੀ ਨੂੰ ਪ੍ਰਾਪਤ ਹੋਏ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਇਹ ਬ੍ਰਹਮ ਗਿਆਨ ਦਾ ਪ੍ਰੇਮ ਵਿੱਚ ਰਸਿਆ ਹੋਇਆ ਫਲ ਖਾਧਾ। ਭਾਈ ਭਗੀਰਥ ਜੀ ਨੇ ਖਾਧਾ, ਭਾਈ ਮਨਸੁਖ ਜੀ ਨੇ ਖਾਧਾ, ਭਾਈ ਸਧਾਰਨ ਨੇ ਖਾਧਾ। ਇਉਂ ਸੱਚੇ ਪਾਤਸ਼ਾਹ ਜੀ ਦੇ ਇਹ ਬ੍ਰਹਮ ਗਿਆਨੀ ਜੀਵਨ ਮੁਕਤ ਸਿੱਖ ਵੈ ਸਾਰੇ। ਸਤਿਗੁਰੂ ਜੀ ਕਹਿੰਦੇ ਭਾਈ ਇਹ ਫਲ ਜਿਹੜਾ ਹੈ ਗੁਰੂ ਸਾਹਿਬ ਰੂਪੀ ਸੰਤੋਖ ਰੁੱਖ ਨੂੰ ਲੱਗਦਾ ਹੈ ਤੇ ਇਹ ਫਲ ਬ੍ਰਹਮ ਗਿਆਨ ਦਾ ਫਲ ਪ੍ਰੇਮ ਦੇ ਰਸ ਵਿੱਚ ਸਦਾ ਹੀ ਰਸਿਆ ਹੋਇਆ ਹੈ। ਰਸ ਰਸਿਆ ਹਰਿਆ ਸਦਾ। ਫਿਰ ਹਰਿਆ ਸਦਾ ਸੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹੈ। ਸਤਿਗੁਰੂ ਜੀ ਦੇ ਕੋਲ ਸਦਾ ਹੀ ਸੁਭ ਗੁਣ ਹੀ ਵਰਤਦੇ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸੁਤੇ ਹੀ ਹਜੂਰ ਬੋਲਦੇ ਹੈ ਤਾਂ ਵੀ ਮਹਾਰਾਜ ਜੀ ਦੀ ਰਸਨਾ ਤੋਂ ਸੁਭ ਗੁਣ ਹੀ ਸਾਧ ਸੰਗਤ ਜੀ ਬਚਨਾਂ ਦੇ ਰੂਪ ਵਿੱਚ ਨਿਕਲਦੇ ਹੈ। ਮਹਾਰਾਜ ਜੀ ਦੀ ਸੰਗਤ ਵਿੱਚ ਇੰਨਾ ਸੁੱਖ ਵੈ ਕਿ ਜੀਵ ਤਾਂ ਕੀ
ਪਸ਼ੂ ਪਕਸ਼ੀ ਵੀ ਸੁੱਖ ਮਾਣਦੇ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰਕੇ, ਮਹਾਰਾਜ ਜੀ ਦੇ ਜਿਹੜੀ ਹੈ ਦਰਸ਼ਨਾਂ ਦੀ ਸ਼ੋਅ ਪਾ ਕਰਕੇ। ਉਹ ਵਾਯੂਮੰਡਲ ਦੇ ਵਿੱਚ ਹੀ ਐਸਾ ਅਸਰ ਘੁਲਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਸੇ ਕਰਕੇ ਗੁਰਬਾਣੀ ਦੇ ਸ਼ਬਦ ਨੇ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਆਮ ਕੁਦਰਤੀ ਇਹ ਨਿਯਮ ਹੈ, ਜਿੱਥੇ ਰੁੱਖ ਹੋਣ ਉੱਥੇ ਗਰਮੀ ਵੀ ਘੱਟ ਹੁੰਦੀ ਹੈ, ਸ਼ੀਤਲਤਾਈ ਹੁੰਦੀ ਹੈ। ਇਉਂ ਉਹਨਾਂ ਦਾ ਰੁੱਖਾਂ ਦਾ ਪ੍ਰਭਾਵ ਹੁੰਦਾ ਹੈ। ਆਪੋ ਆਪਣੀ ਜਿੱਥੇ ਮਨੁੱਖ ਵੇਬਸ ਛੱਡਦੇ ਹੈ, ਇਵੇਂ ਰੁੱਖ ਵੀ ਜਿਹੜਾ ਹੈ ਉਹ ਆਪੋ ਆਪਣਾ ਪ੍ਰਭਾਵ ਜਿਹੜਾ ਹੈ ਉਹ ਪ੍ਰਕਿਰਤੀ ਵਿੱਚ ਛੱਡਦੇ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਸਾਹਿਬ ਤਾਂ ਹਾਂ ਨਹੀਂ ਸੰਤੋਖ ਦੇ ਰੁੱਖ, ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਬੈਠ ਜਾਂਦੇ ਹੈ, ਸਤਿਗੁਰੂ ਜੀ ਦਾ ਜਿੱਥੇ ਦੀਦਾਰ ਹੁੰਦਾ ਹੈ, ਉੱਥੇ ਮਹਾਰਾਜ ਕਹਿੰਦੇ ਭਾਈ ਜਿਵੇਂ ਹਰਿਆਵਲਤਾ ਸਭ ਨੂੰ ਸੁਖ ਦਿੰਦੀ ਹੈ ਨਾ, ਗੁਰੂ ਸਾਹਿਬ ਦੇ ਵਿੱਚ ਸੁਭ ਗੁਣਾਂ ਦੀ ਹਰਿਆਵਲਤਾ ਹੈ ਗੁਰੂ ਸਾਹਿਬ ਰੂਪੀ ਸੰਤੋਖ ਰੁੱਖ ਦੇ ਅੰਦਰ। ਤੇ ਰਸ ਰਸਿਆ ਹਰਿਆ ਸਦਾ, ਸੁੱਕਦੇ ਨਹੀਂ ਹਨ ਮਹਾਰਾਜ ਸੱਚੇ ਪਾਤਸ਼ਾਹ ਰੂਪੀ ਸੰਤੋਖ ਰੁੱਖ। ਸਦਾ ਹੀ ਮਹਾਰਾਜ ਕਹਿੰਦੇ ਭਾਈ ਸੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹਨ, ਸਗੋਂ ਸੰਸਾਰ ਨੂੰ ਹਰਿਆਂ ਭਰਿਆਂ ਕਰ ਦੇਣ ਵਾਲੇ ਹਨ। ਐਸੇ ਗੁਰੂ ਸਾਹਿਬ ਜੀ ਸੰਤੋਖ ਦੇ ਰੁੱਖ ਹਨ। ਪੱਕੈ ਕਰਮ ਧਿਆਨ। ਮਹਾਰਾਜ ਕਹਿੰਦੇ ਭਾਈ ਇਹ ਫਲ ਜਿਹੜਾ ਨਾ ਪੱਕਿਆ ਹੋਇਆ ਰਸਿਆ ਹੋਇਆ ਕਿਹਦੇ ਤਾਈਂ ਪ੍ਰਾਪਤ ਹੁੰਦਾ ਹੈ? ਕਿਉਂਕਿ ਫਲ ਹਾਸਲ ਕਰਨਾ ਪੈਂਦਾ ਹੈ ਨਾ। ਇਹ ਫਿਰ ਹਾਸਲ ਕਿਹਨੂੰ ਹੁੰਦਾ ਹੈ? ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਨਿਸ਼ਕਾਮ ਕਰਮਾਂ ਵਿੱਚ ਪੂਰੇ ਆ ਨਾ, ਮਹਾਰਾਜ ਕਹਿੰਦੇ ਉਹਨਾਂ ਦਾ ਫਿਰ ਧਿਆਨ ਲੱਗ ਜਾਂਦਾ ਹੈ ਗੁਰੂ ਜੀ ਦੇ ਸ਼ਬਦ ਦੇ ਨਾਲ। ਗੁਰੂ ਸਾਹਿਬ ਦੀ ਸਿੱਖਿਆ ਦੇ ਧਾਰਨ ਕਰਨੇ ਕਰਕੇ ਨਿਰੰਕਾਰ ਵਿੱਚ ਧਿਆਨ ਲੱਗ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਜਿਹੜਾ ਧਿਆਨ ਦਾ ਲੱਗਣਾ ਨਾ, ਇਹ ਬ੍ਰਹਮ ਗਿਆਨ ਦਾ ਜਿਹੜਾ ਫਲ ਹੈ ਪ੍ਰੇਮ ਦੇ ਰਸ ਨਾਲ ਰਸਿਆ ਹੋਇਆ, ਫਿਰ ਮਹਾਰਾਜ ਕਹਿੰਦੇ ਭਾਈ ਪੱਕ ਜਾਂਦਾ ਹੈ। ਪੱਕ ਜਾਂਦਾ ਪੂਰਾ, ਜਿਵੇਂ ਕੱਚਾ ਫਲ ਹੋਵੇ ਉਹ ਰਸਦਾਇਕ ਨਹੀਂ ਹੁੰਦਾ। ਮਹਾਰਾਜ ਕਿਹਾ ਜਿਹੜਾ ਧਿਆਨ ਜੁੜਨਾ ਨਾ ਪਰਮੇਸ਼ਰ ਦੇ ਅੰਦਰ, ਇਹ ਹਜੂਰ ਕਹਿੰਦੇ ਰਸ ਭਰ ਜਾਂਦਾ ਫਿਰ ਪ੍ਰੇਮ ਦਾ, ਪੱਕ ਜਾਂਦਾ ਹੈ ਫਲ। ਤੇ ਜਿਹੜਾ ਪੱਕਿਆ ਹੋਇਆ ਫਲ ਹੁੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜਿਵੇਂ ਏਡਾ ਰਸਦਾਇਕ ਹੁੰਦਾ, ਜਿਹੜਾ ਛਕਦਾ ਉਹਨੂੰ ਤ੍ਰਿਪਤੀ ਹੋ ਜਾਂਦੀ ਹੈ। ਇਵੇਂ ਗੁਰੂ ਸਾਹਿਬ ਜੀ ਦੇ ਕੋਲੋਂ ਜਿਨ੍ਹਾਂ ਸਿੱਖਾਂ ਨੇ ਇਹ ਧਿਆਨ ਦੇ ਲਾਉਣ ਦੀ ਜੁਗਤ ਪ੍ਰਾਪਤ ਕੀਤੀ ਹੈ, ਉਹ ਸਾਧ ਸੰਗਤ ਜੀ ਇੰਨੇ ਧਿਆਨ ਵਿੱਚ ਮਸਤ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸੰਸਾਰ ਦੇ ਸਰੀਰਕ ਦੁੱਖਾਂ ਨੂੰ ਵੀ ਉਹਨਾਂ ਮਹਿਸੂਸ ਨਹੀਂ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹੋ ਜੀ ਬਖਸ਼ਿਸ਼ ਰਹਿਮਤ ਕੀਤੀ। ਇਹ ਧਿਆਨ ਦੀ ਜੁਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਨੂੰ ਨਿਸ਼ਕਾਮ ਕਰਮਾਂ ਦੇ ਸਦਕਾ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਇਹ ਫਲ ਜਿਹੜਾ ਨਾ ਬ੍ਰਹਮ ਗਿਆਨ ਦਾ ਅੰਦਰ ਪੱਕ ਜਾਂਦਾ ਹੈ। ਇਸੇ ਪ੍ਰਕਾਰ ਹੀ ਇਹੋ ਪੰਕਤੀ ਰਸ ਰਸਿਆ ਹਰਿਆ ਸਦਾ। ਮਹਾਰਾਜ ਕਹਿੰਦੇ ਭਾਈ ਪ੍ਰੇਮ ਦੇ ਰਸ ਨਾਲ ਰਸਿਆ ਹੋਇਆ ਹੈ ਇਹ ਬ੍ਰਹਮ ਗਿਆਨ ਦਾ ਫਲ। ਮਹਾਰਾਜ ਨੇ ਕਿਹਾ ਗੁਰੂ ਰੂਪੀ ਸੰਤੋਖ ਰੁੱਖ ਜਿਹੜੇ ਸਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹਨ, ਸਦਾ ਹੀ ਹਰੇ ਭਰੇ ਹਨ। ਪੱਕੈ ਕਰਮ ਧਿਆਨ। ਫਿਰ ਕਰਮ ਸਾਧ ਸੰਗਤ ਜੀ ਬਖਸ਼ਿਸ਼ ਦਾ ਨਾਮ ਹੀ ਹੈ। ਮਹਾਰਾਜ ਕਿਹਾ ਕਿ ਭਾਈ ਜਦੋਂ ਬਖਸ਼ਿਸ਼ ਹੋਵੇ ਨਾ ਗੁਰੂ ਸਾਹਿਬ ਜੀ ਦੀ, ਫਿਰ ਧਿਆਨ ਵਿੱਚ ਪਰਪੱਕ ਹੋਈਦਾ ਹੈ। ਤੇ ਜਦੋਂ ਧਿਆਨ ਪਰਪੱਕ ਹੋ ਜਾਂਦਾ ਹੈ ਨਿਰੰਕਾਰ ਦੇ ਸਰੂਪ ਦੇ ਅੰਦਰ, ਹੁਣ ਤਾਂ ਜਿਹੜਾ ਹੈ ਧਿਆਨ ਟਿਕਦਾ ਨਹੀਂ, ਕਿਉਂਕਿ ਧਿਆਨ ਸਥੂਲ ਚੀਜ਼ਾਂ ਦੇ ਉੱਤੇ ਟਿਕਦਾ ਜਿਹੜੀਆਂ ਅੱਖਾਂ ਨਾਲ ਨਹੀਂ ਦਿਸਦੀਆਂ। ਉਹਦੇ ਵਿੱਚ ਧਿਆਨ ਨਹੀਂ ਇਕਾਗਰ ਹੁੰਦਾ। ਜਿਹੜੀਆਂ ਅੱਖਾਂ ਤੋਂ ਪਰੇ ਹਨ ਉਹਨਾਂ ਨੂੰ ਕਿਹੜੀ ਸ਼ਕਲ ਦੇ ਰੂਪ ਵਿੱਚ ਧਿਆਨ ਲਾਵੇ। ਇਸ ਤਰ੍ਹਾਂ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ ਨਾ, ਇਹ ਨਿਰੰਕਾਰ ਦੀ ਮੂਰਤ ਹੈ। ਗੁਰੂ ਸਾਹਿਬ ਜੀ ਸਰੂਪ ਪ੍ਰਗਟ ਕਰਕੇ ਫਿਰ ਸ਼ਬਦ ਦੇ ਰਾਹੀਂ ਦਿਖਾਉਂਦੇ ਹੈ ਕਿ ਨਿਰੰਕਾਰ ਕੈਸਾ ਹੈ, ਜਿਹਨੂੰ ਅੱਖਾਂ ਨਹੀਂ ਪਕੜ ਸਕਦੀਆਂ, ਕੰਨ ਨਹੀਂ ਸੁਣ ਸਕਦੇ, ਇੰਦਰੀਆਂ ਦੇ ਅਗੋਚਰੇ ਹੈ। ਉਹਦੇ ਵਿੱਚ ਸਾਧ ਸੰਗਤ ਜੀ ਧਿਆਨ ਜਾ ਕੇ ਟਿਕ ਜਾਂਦਾ ਸਿੱਖ ਦਾ, ਜਦੋਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਆ। ਧਿਆਨ ਦੇ ਇਕਾਗਰ ਹੁੰਦਿਆਂ ਹੀ ਉਹਦੇ ਤੋਂ ਬਿਨਾਂ ਕੁਝ ਵੀ ਹੋਰ ਨਹੀਂ ਭਾਸਦਾ। ਇਹ ਧਿਆਨ ਦੇ ਟਿਕਾਉਣ ਦੀ ਬਖਸ਼ਿਸ਼ ਹੈ। ਤੇ ਗੁਰੂ ਸਾਹਿਬ ਜੀ ਐਸੀ ਰਹਿਮਤ ਕਰ ਸਕਦੇ ਹੈ
ਹੋਰ ਕਿਸੇ ਕੋਲੋਂ ਇਹ ਬਖਸ਼ਿਸ਼ ਨਹੀਂ ਪ੍ਰਾਪਤ ਹੁੰਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਇਹ ਸਿੱਖਿਆ ਹੈ ਕਿ ਭਾਵੇਂ ਕੋਈ ਸੰਸਾਰ ਕਹਿਣ ਨੂੰ ਕਹੀ ਜਾਵੇ ਕਿ ਸਾਨੂੰ ਭਾਈ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਵੈ, ਪਰ ਹਜੂਰ ਕਹਿੰਦੇ ਭਾਈ ਜਿੰਨਾ ਚਿਰ ਗੁਰੂ ਸਾਹਿਬ ਦੀ ਬਖਸ਼ਿਸ਼ ਨਹੀਂ ਨਾ ਹੁੰਦੀ ਉਹਨਾਂ ਚਿਰ ਧਿਆਨ ਨਹੀਂ ਲੱਗਦਾ। ਜੇ ਧਿਆਨ ਨਹੀਂ ਲੱਗਦਾ ਤੇ ਇਹ ਪੱਕਿਆ ਬ੍ਰਹਮ ਗਿਆਨ ਦਾ ਫਲ ਨਹੀਂ ਪ੍ਰਾਪਤ ਹੁੰਦਾ। ਇਹ ਪੱਕਦਾ ਕਿਵੇਂ ਹੈ? ਮਹਾਰਾਜ ਕਿਹਾ ਜਿਹੜਾ ਧਿਆਨ ਲਾਉਂਦੇ ਆ ਨਾ ਗੁਰਸਿੱਖ ਤੇ ਨਿਰੰਕਾਰ ਦੇ ਵਿੱਚ ਧਿਆਨ ਜਿਨ੍ਹਾਂ ਦਾ ਪਰਪੱਕ ਹੋ ਜਾਂਦਾ ਹੈ, ਟਿਕ ਜਾਂਦਾ ਹੈ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਦਿਆਂ ਹੋਇਆਂ, ਇਹ ਫਿਰ ਬ੍ਰਹਮ ਗਿਆਨ ਰੂਪੀ ਫਲ ਦਾ ਮਹਾਰਾਜ ਕਹਿੰਦੇ ਭਾਈ ਪੱਕਣਾ ਹੈ। ਪੱਕਿਆ ਹੋਇਆ ਫਿਰ ਪ੍ਰੇਮ ਰਸ ਵਿੱਚ ਰਸਿਆ ਹੋਇਆ ਫਲ ਜਿਹੜਾ ਹੈ ਉਹ ਗੁਰਸਿੱਖ ਖਾਂਦੇ ਐ। ਸਤਿਗੁਰੂ ਜੀ ਦੇ ਕੋਲੋਂ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਸਾਧ ਸੰਗਤ ਜੀ ਜਿਹੜੇ ਗੁਰਸਿੱਖ ਨਿਹਾਲ ਹੋਏ ਐ ਉਹਨਾਂ ਦਾ ਖਾਣਾ ਹੀ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬ੍ਰਹਮ ਗਿਆਨ ਦਾ ਭੋਜਨ ਹੈ। ਹੋਰ ਉਹ ਸੰਸਾਰ ਦੇ ਖਾਣਿਆਂ ਨੂੰ ਖਾਣਾ ਜਿਹੜਾ ਹੈ ਉਹਨਾਂ ਨੂੰ ਵਿਸਰ ਜਾਂਦਾ ਹੈ। ਸਰੀਰਕ ਮਰਿਆਦਾ ਰੱਖਦੇ ਆ ਜ਼ਰੂਰ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਐਸੀ ਹੋਣ ਕਰਕੇ, ਤੇ ਉਵੇਂ ਉਹਨਾਂ ਨੂੰ ਸੰਸਾਰ ਦੇ ਅੰਦਰ ਨਿਰਵਾਹ ਲਈ ਇਹ ਜਿਹੜੀ ਹੈ ਸੰਸਾਰ ਦੀ ਖੁਰਾਕ ਨਾ ਵੀ ਮਿਲੇ ਤਾਂ ਕੋਈ ਗੱਲ ਨਹੀਂ, ਪਰ ਮਹਾਰਾਜ ਜੀ ਦੇ ਬ੍ਰਹਮ ਗਿਆਨ ਦਾ ਜਿਹੜਾ ਪੱਕਿਆ ਹੋਇਆ ਪ੍ਰੇਮ ਰਸ ਵਿੱਚ ਰਸਿਆ ਹੋਇਆ ਫਲ ਹੈ ਇਹਦੇ ਨਾਲ ਹੀ ਉਹ ਤ੍ਰਿਪਤ ਹੋਏ ਰਹਿੰਦੇ ਆ, ਇਹਦੇ ਨਾਲ ਹੀ ਰੱਜੇ ਰਹਿੰਦੇ ਆ। ਹਜੂਰ ਕਹਿੰਦੇ ਜਿਹੜਾ ਧਿਆਨ ਦਾ ਟਿਕਣਾ ਗੁਰਸਿੱਖੋ ਇਹ ਪੱਕਣਾ ਹੈ ਉਸ ਬ੍ਰਹਮ ਗਿਆਨ ਦੇ ਫਲ ਦਾ। ਬ੍ਰਹਮ ਗਿਆਨੀ ਦਾ ਧਿਆਨ ਸਦਾ ਹੀ ਇੱਕ ਰਹਿੰਦਾ ਹੈ, ਉਹ ਸੁਪਨੇ ਵਿੱਚ ਵੀ ਤੇ ਪ੍ਰਤੱਖ ਵੀ ਇਉਂ ਇੱਕ ਦੇ ਵਿੱਚ ਹੀ ਉਹਦੀ ਬਿਰਤੀ ਜਿਹੜੀ ਹੈ ਉਹ ਟਿਕੀ ਰਹਿੰਦੀ ਹੈ। ਇਉਂ ਹਜੂਰ ਕਹਿੰਦੇ ਜਿਹੜਾ ਇਹ ਧਿਆਨ ਦਾ ਟਿਕ ਜਾਣਾ ਗੁਰਸਿੱਖੋ ਪਰਪੱਕ ਹੋ ਜਾਣਾ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਹੁੰਦਾ ਹੈ, ਤੇ ਇਹ ਪੱਕਿਆ ਹੋਇਆ ਬ੍ਰਹਮ ਗਿਆਨ ਦਾ ਫਲ ਹੈ ਪ੍ਰੇਮ ਰਸ ਵਿੱਚ ਰਸਿਆ ਹੋਇਆ। ਪਤ ਕੇ ਸਾਥ ਖਾਦਾ ਲਹੈ। ਫਿਰ ਹਜੂਰ ਕਹਿੰਦੇ ਨੇ ਜਿਹੜੇ ਖਾਂਦੇ ਆ ਨਾ ਇਸ ਫਲ ਨੂੰ ਉਹ ਪਤ ਇੱਜ਼ਤ ਦੇ ਸਹਿਤ ਮਹਾਰਾਜ ਕਹਿੰਦੇ ਇਸ ਦੇ ਸਾਦ ਸਵਾਦ ਨੂੰ ਖਾਂਦੇ ਆ, ਲਹਿ ਪ੍ਰਾਪਤ ਕਰਦੇ ਆ। ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਵੈ ਉਹਨਾਂ ਦੀ ਪਤ ਇਸ ਸੰਸਾਰ ਦੇ ਅੰਦਰ ਵੀ ਤੇ ਪ੍ਰਲੋਕ ਦੇ ਵਿੱਚ ਵੀ ਸਾਧ ਸੰਗਤ ਜੀ ਉਜਲੀ ਹੁੰਦੀ ਹੈ। ਇੱਥੇ ਵੀ ਸੰਸਾਰ ਦੇ ਅੰਦਰ ਉਹਨਾਂ ਦੇ ਨਾਮ ਦੇ ਜੈ ਜੈਕਾਰ ਦੇ ਡੰਕੇ ਵੱਜਦੇ ਆ, ਪ੍ਰਲੋਕ ਵਿੱਚ ਵੀ ਉਹਨਾਂ ਦੀ ਪਤ ਇੱਜ਼ਤ ਜਿਹੜੀ ਆ ਉਹ ਸਾਧ ਸੰਗਤ ਜੀ ਸਦਾ ਹੀ ਬਰਕਰਾਰ ਰਹਿੰਦੀ ਹੈ। ਮਹਾਰਾਜ ਕਹਿੰਦੇ ਪਤ ਕੇ ਸਾਧ ਖਾਂਦਾ ਲਹਿ, ਇਉਂ ਲਹਿ ਪ੍ਰਾਪਤ ਕਰਕੇ ਮਹਾਰਾਜ ਕਹਿੰਦੇ ਭਾਈ ਇੱਜ਼ਤ ਦੇ ਸਹਿਤ ਪਤ ਦੇ ਸਹਿਤ ਉਹ ਇਸ ਬ੍ਰਹਮ ਗਿਆਨ ਰੂਪੀ ਮਹਾਰਾਜ ਕਹਿੰਦੇ ਰਸੇ ਹੋਏ ਪ੍ਰੇਮ ਰਸ ਵਿੱਚ ਰਸੇ ਹੋਏ ਫਲ ਨੂੰ ਜਿਹਨੂੰ ਧਿਆਨ ਟਿਕਾਉਣ ਰੂਪੀ ਮਹਾਰਾਜ ਕਹਿੰਦੇ ਭਾਈ ਪਕਾ ਲਿਆ ਉਹਨਾਂ ਨੇ, ਇਹ ਫਿਰ ਉਹ ਖਾਂਦੇ ਆ, ਨਿਹਾਲ ਹੁੰਦੇ ਆ। ਇਹ ਖਾਣਾ ਕੀ ਹੁੰਦਾ ਹੈ? ਮਹਾਰਾਜ ਜੀ ਨੇ ਕਿਹਾ ਕਿ ਭਾਈ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹ ਸਾਧ ਸੰਗਤ ਜੀ ਜਿਹੜਾ ਧਿਆਨ ਦੇ ਵਿੱਚ ਰਸ ਆਉਣ ਲੱਗ ਜਾਣਾ ਨਾ ਤੇ ਸਮਾਧੀ ਦੇ ਅੰਦਰ ਆਨੰਦਿਤ ਹੋ ਜਾਣਾ, ਇਹ ਬ੍ਰਹਮ ਗਿਆਨ ਰੂਪੀ ਜਿਹੜਾ ਹੈ ਰਸਿਆ ਹੋਇਆ ਫਲ ਉਹਦਾ ਖਾਣਾ ਹੈ। ਜਿੰਨਾ ਚਿਰ ਨਾਮ ਦਾ ਜ਼ਬਾਨ ਤੇ ਰਸ ਨਹੀਂ ਆਉਂਦਾ ਫਿਰ ਪ੍ਰੀਤ ਨਹੀਂ ਨਾਮ ਨਾਲ ਲੱਗਦੀ, ਜਾਣੀਏ ਇਹ ਫਲ ਨਹੀਂ ਸਾਨੂੰ ਪ੍ਰਾਪਤ ਹੋਇਆ। ਫਿਰ ਧਿਆਨ ਸਾਡਾ ਨਹੀਂ ਟਿਕਦਾ, ਨਾ ਜਾਪ ਵਿੱਚ ਟਿਕਦਾ ਹੈ ਨਾ ਬਾਣੀ ਵਿੱਚ ਟਿਕਦਾ ਹੈ, ਤੇ ਖੁੱਬਦਾ ਨਹੀਂ ਕੀਰਤਨ ਵਿੱਚ ਵੀ, ਤੇ ਕਥਾ ਦੇ ਜਿੰਨਾ ਚਿਰ ਸੁਣਦੇ ਆ ਚੇਤੇ ਰਹਿੰਦਾ ਹੈ, ਫਿਰ ਉੱਠ ਕੇ ਭੁੱਲ ਜਾਂਦੇ ਆ। ਸੰਸਾਰ ਦੇ ਵਿਸ਼ੇ ਵਿਕਾਰ, ਸੰਸਾਰ ਦੀਆਂ ਗੱਲਾਂ, ਕਿਸੇ ਨਾਲ ਦਵੈਸ਼, ਕਿਸੇ ਨਾਲ ਮਿੱਤਰਤਾ, ਇਹ ਸਭ ਕੁਝ ਸਾਰਾ ਦਿਨ ਵਰਤਦਾ ਰਹਿੰਦਾ ਹੈ, ਤੇ ਪ੍ਰਭੂ ਵਿੱਚ ਮਨ ਜਿਹੜਾ ਹੈ ਉਹ ਚਿੱਤ ਜੋੜਨ ਲੱਗਿਆ ਆਲਸੀ ਹੋ ਜਾਂਦਾ, ਅਵੇਸਲਾ ਹੋ ਜਾਂਦਾ। ਇਹ ਉਹਨੂੰ ਨਹੀਂ ਫਲ ਪ੍ਰਾਪਤ ਹੁੰਦਾ, ਇਹ ਤਾਂ ਫਲ ਉਹਨੂੰ ਪ੍ਰਾਪਤ ਹੁੰਦਾ ਹੈ ਜਿਹਦਾ ਧਿਆਨ ਟਿਕਣ ਲੱਗ ਜਾਂਦਾ ਹੈ ਤੇ ਅੰਦਰੋਂ ਹੀ ਜਿਹਨੂੰ ਰਸ ਆਉਣ ਲੱਗ ਜਾਂਦਾ ਹੈ, ਤੇ ਉਹਨਾਂ ਨੂੰ ਫਿਰ ਕਈ ਚਿਰ ਸਮਾਧੀ ਲੱਗੀ ਰਹਿੰਦੀ ਹੈ। ਸੰਸਾਰ ਦੇ ਵਿਹਾਰ ਉਹ ਕੇਵਲ ਜਿਹੜਾ ਹੈ ਜਿਹੜੇ ਦਿਖਾਵੇ ਮਾਤਰ ਕਰਦੇ ਹੈ, ਅੰਦਰੋਂ ਉਹਨਾਂ ਦੇ ਜੀਵਨ ਦਾ ਇੱਕੋ ਇੱਕ ਪ੍ਰਯੋਜਨ ਹੁੰਦਾ ਹੈ ਵਾਹਿਗੁਰੂ ਦੇ ਨਾਮ ਰਸ ਨੂੰ ਲੈਣਾ, ਤੇ ਨਾਮ ਰਸ ਨੂੰ ਲੈਂਦੇ ਹੋਏ
ਜੀਵਨ ਵਾਹਿਗੁਰੂ ਦੀ ਦਿੱਤੀ ਹੋਈ ਪ੍ਰਰਬਧ ਦੇ ਮੁਤਾਬਕ ਜਿਉਂਦੇ ਰਹਿੰਦੇ ਐ। ਨਹੀਂ ਤਾਂ ਜਿਉਣ ਤੋਂ ਵੀ ਉਹਨਾਂ ਦਾ ਚਿੱਤ ਜਿਹੜਾ ਨਾ ਉਹ ਸਾਧ ਸੰਗਤ ਜੀ ਲਾਲਸਾ ਵਿੱਚ ਨਹੀਂ ਹੁੰਦਾ। ਕਬੀਰ ਜੀ ਨੇ ਕਿਹਾ ਕਿ ਕਬੀਰ ਬਿਰਹੋ ਭਯੰਗਮ ਮਨ ਬਸੈ, ਮੰਤ ਨ ਮਾਨੈ ਕੋਏ, ਆਰਾਮ ਬਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਕਹਿੰਦੇ ਜਿਹੜਾ ਪਰਮੇਸ਼ਰ ਦੇ ਨਾਮ ਦਾ ਪ੍ਰੇਮੀ ਆ ਨਾ, ਕਬੀਰ ਜੀ ਕਹਿੰਦੇ ਆ, ਉਹ ਪਹਿਲਾਂ ਕਿਹਾ ਹੈ ਕਿ ਜਿਹਦੇ ਅੰਦਰ ਵਾਹਿਗੁਰੂ ਦੇ ਪਿਆਰ ਦਾ ਮੰਤਰ ਵਸਦਾ ਹੈ। ਕਹਿੰਦੇ ਆ ਕਿ ਜਿਹਦੇ ਅੰਦਰ ਪਰਮੇਸ਼ਰ ਦੀ ਪ੍ਰੀਤ ਲੱਗ ਗਈ ਹੈ, ਕਹਿੰਦੇ ਉਹ ਰਾਮ ਬਿਯੋਗੀ ਨਾ ਜੀ ਹੈ, ਉਹ ਜੀਣ ਨੂੰ ਉਹਦਾ ਚਿੱਤ ਨਹੀਂ ਕਰਦਾ। ਜੇ ਕਹਿੰਦੇ ਆ ਕਿ ਵਾਹਿਗੁਰੂ ਦੇ ਹੁਕਮ ਵਿੱਚ ਫਿਰ ਪ੍ਰਰਬਧ ਵਿੱਚ ਉਹਨਾਂ ਨੂੰ ਇਹ ਸਮਝ ਹੁੰਦੀ ਹੈ ਨਾ ਕਿ ਆਗਿਆ ਵਿੱਚ ਰਹਿਣਾ ਹੀ ਭਲਾ ਹੈ, ਜਿੰਨੀ ਪ੍ਰਰਬਧ ਲਿਖੀ ਹੈ ਜਿਉਣਾ ਹੀ ਹੈ, ਤੇ ਫਿਰ ਕਹਿੰਦੇ ਆ ਜੀਏ ਤਾਂ ਬੌਰਾ ਹੋਏ। ਜੇ ਜਿਉਂਦਾ ਹੈ ਤੇ ਉਹ ਫਿਰ ਬੌਰਾ ਸੰਸਾਰ ਵੱਲੋਂ ਕਮਲਾ ਹੋ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਨੂੰ ਇਹ ਅੰਦਰ ਸਾਧ ਸੰਗਤ ਜੀ ਪ੍ਰਾਪਤ ਹੋ ਜਾਂਦਾ ਹੈ ਰਸ। ਇਸ ਰਸ ਨੂੰ ਖਾਂਦੇ ਹੋਏ ਭੋਗਦੇ ਹੋਏ ਉਹ ਆਪਣੀ ਜੀਵਨ ਦੀ ਯਾਤਰਾ ਨੂੰ ਪੂਰੀਆਂ ਕਰਦੇ ਐ। ਬਾਹਰੋਂ ਵੇਖਣ ਨੂੰ ਸੰਸਾਰ ਦੇ ਲੋਕ ਉਹਨਾਂ ਫਕੀਰਾਂ ਨੂੰ ਕਹਿੰਦੇ ਐ ਉਜੜੇ ਹੋਏ ਐ, ਕੰਗਾਲ ਐ, ਖਾਣ ਨੂੰ ਨਹੀਂ ਕੁਝ ਲੱਭਦਾ, ਪਰ ਜੇ ਅੰਦਰ ਉਹਨਾਂ ਦੀ ਪ੍ਰੀਤੀ ਜੁੜੀ ਹੋਈ ਹੈ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਗੁਰੂ ਰੂਪੀ ਸੰਤੋਖ ਰੁੱਖ ਤੋਂ ਇਹ ਉਹਨਾਂ ਨੂੰ ਬ੍ਰਹਮ ਗਿਆਨ ਦਾ ਪ੍ਰੇਮ ਰਸ ਵਿੱਚ ਰਸਿਆ ਹੋਇਆ ਫਲ ਪ੍ਰਾਪਤ ਹੋ ਗਿਆ ਹੈ, ਤਾਂ ਮਹਾਰਾਜ ਕਹਿੰਦੇ ਉਹਨਾਂ ਦੀ ਇੱਥੇ ਵੀ ਪਤ ਰਹਿੰਦੀ ਹੈ, ਪਰਲੋਕ ਵਿੱਚ ਵੀ ਪਤ ਰਹਿੰਦੀ ਹੈ। ਜਿਹੜੇ ਇਸ ਸਾਧ ਨੂੰ ਭਾਵ ਸਵਾਦ ਨੂੰ ਖਾਂਦੇ ਐ ਗੁਰੂ ਸਾਹਿਬ ਜੀ ਰੂਪੀ ਸੰਤੋਖ ਰੁੱਖ ਤੋਂ ਲਹਿ ਲੈ ਕਰਕੇ, ਉਵੇਂ ਹੋਰ ਨਹੀਂ ਕਿਤੋਂ ਵੀ ਇਹ ਮਿਲਦਾ। ਇਹ ਕੇਵਲ ਗੁਰੂ ਰੂਪੀ ਸੰਤੋਖ ਰੁੱਖ ਨੂੰ ਹੀ ਇਹ ਰਸਿਆ ਹੋਇਆ ਫਲ ਮਹਾਰਾਜ ਕਹਿੰਦੇ ਭਾਈ ਲੱਗਦਾ ਹੈ। ਇੱਜ਼ਤ ਦੇ ਸਹਿਤ ਸੁਰਖਰੂ ਹੋ ਕਰਕੇ ਸੰਸਾਰ ਦੇ ਅੰਦਰ ਨਾ ਤਾਂ ਵਕਾਰ ਉਹਨਾਂ ਦੀ ਪੱਤ ਖਰਾਬ ਕਰ ਸਕਦੇ ਐ, ਨਾ ਇੱਥੇ ਕੋਈ ਹੋਰ ਜਰਵਾਣਾ ਉਹਨਾਂ ਦੀ ਪੱਤ ਲਾ ਸਕਦਾ ਹੈ। ਉਹ ਤਾਂ ਉਜੜੇ ਮੁਖ ਵਾਲੇ ਮਹਾਰਾਜ ਕਹਿੰਦੇ ਹੁੰਦੇ ਆ ਗੁਰਸਿੱਖੋ, ਜਿਹੜੇ ਵਾਹਿਗੁਰੂ ਦੇ ਨਾਮ ਰਸ ਨੂੰ ਖਾਂਦੇ ਇਸ ਸਵਾਦ ਨੂੰ ਭੋਗਦੇ ਹਨ। ਜਿਹੜਾ ਭੋਗਦਾ ਹੈ ਉਹਦੀ ਕਲਿਆਣ ਵਾਹਿਗੁਰੂ ਜੀ ਕਰ ਦਿੰਦੇ ਆ। ਦਾਨਾ ਕੈ ਸਿਰ ਦਾਨ, ਇਹ ਦਾਨਾਂ ਦੇ ਸਿਰ ਸ਼੍ਰੋਮਣੀ ਦਾਨ ਹੈ, ਇਹ ਮੁੱਲ ਨਹੀਂ ਮਿਲਦਾ ਹੈ। ਇਹ ਫਲ ਜਿਹੜਾ ਬ੍ਰਹਮ ਗਿਆਨ ਦਾ ਰਸਿਆ ਹੋਇਆ ਇਹ ਮੁੱਲ ਨਹੀਂ ਪ੍ਰਾਪਤ ਹੁੰਦਾ। ਇਹ ਤਾਂ ਭਾਈ ਗੁਰੂ ਸਾਹਿਬ ਜੀ ਹੀ ਸ਼੍ਰੋਮਣੀ ਦਾਨ ਜਿਹੜਾ ਨਾ ਕਰ ਸਕਦੇ ਹੈ, ਹੋਰ ਕੋਈ ਇਹ ਦਾਨ ਨਹੀਂ ਕਰ ਸਕਦਾ। ਬ੍ਰਹਮ ਗਿਆਨ ਦਾ ਜਿਹੜਾ ਨਾ ਦਾਨ, ਇਹ ਸਾਧ ਸੰਗਤ ਜੀ ਸਭ ਤੋਂ ਉੱਤਮ ਦਾਨ ਹੈ। ਜਿਹੜਾ ਬ੍ਰਹਮ ਵਿਦਿਆ ਦਾ ਬਖਸ਼ਿਸ਼ ਕਰਨਾ, ਫਿਰ ਬ੍ਰਹਮ ਗਿਆਨ ਦਾ ਅੰਦਰੋਂ ਆਤਮਾ ਦਾ ਰਸ ਆਨੰਦ ਜਿਹੜਾ ਹੈ, ਇਹ ਦਾਨ ਵੇਖੋ 10 ਪਾਤਸ਼ਾਹੀਆਂ ਨੇ ਆਪ ਕਿਰਪਾ ਕਰਕੇ ਨਿਰੰਕਾਰ ਨੇ ਸਰੂਪ ਧਾਰਨ ਕੀਤਾ, ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ, ਤੇ ਫਿਰ 10 ਜਾਮਿਆਂ ਵਿੱਚ ਮਹਾਰਾਜ ਵਰਤੇ ਸੱਚੇ ਪਾਤਸ਼ਾਹ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਮਹਾਰਾਜ ਸੰਸਾਰ ਦੇ ਅੰਦਰ ਇਹੀ ਸਾਧ ਸੰਗਤ ਜੀ ਦਾਨ ਦੇ ਰਹੇ ਹੈ। ਨਾਮ ਦੇ ਦਾਤੇ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਿਖਾ ਰਹੇ ਹੈ ਕਿ ਭਾਈ ਗੁਰੂ ਸਾਹਿਬ ਜੀ ਨੂੰ ਕਿਹੋ ਜਿਹਾ ਫਲ ਲੱਗਦਾ ਹੈ। ਤੇ ਅੱਜ ਵੀ ਜਿਨ੍ਹਾਂ ਗੁਰਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਪ੍ਰੀਤ ਲਾਉਂਦੇ ਹੈ, ਉਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਸਤ ਸੰਗਤ ਰੂਪੀ ਠੰਡੀ ਛਾਂ ਮਾਣਦੇ ਹੈ। ਫਿਰ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਨਾਲ ਜੁੜ ਕਰਕੇ ਇਹੋ ਜਿਹਾ ਉਹਨਾਂ ਨੂੰ ਧਿਆਨ ਟਿਕਦਾ ਹੈ। ਟਿਕੇ ਹੋਏ ਧਿਆਨ ਨਾਲ ਬਾਣੀ ਦੇ ਪੜ੍ਹਨ ਨਾਲ ਇੰਨਾ ਗਿਆਨ ਪ੍ਰਾਪਤ ਹੁੰਦਾ ਹੈ ਕਿ ਇਹ ਸੰਸਾਰ ਦਾ ਸਾਰਾ ਹੀ ਗਿਆਨ ਜਿਹੜਾ ਉਹ ਥੱਲੇ ਰਹਿ ਜਾਂਦਾ। ਫਿਰ ਇਹੋ ਜਿਹਾ ਉਹਨਾਂ ਨੂੰ ਗਿਆਨ ਹੁੰਦਾ ਹੈ, ਮਹਾਰਾਜ ਦੇ ਸ਼ਬਦ ਨਾਲ ਕਪਾਟ ਹੀ ਖੁੱਲ ਜਾਂਦੇ ਹੈ। ਇਹ ਪੱਕ ਜਾਣਾ ਹੈ ਫਿਰ, ਤੇ ਪ੍ਰੇਮ ਰਸ ਵਿੱਚ ਰਸਿਆ ਹੋਇਆ ਇਹੋ ਜਿਹਾ ਫਿਰ ਵਾਹਿਗੁਰੂ ਜੀ ਦੇ ਨਾਲ ਇੱਕਮਿਕ ਹੋ ਜਾਂਦਾ ਹੈ। ਇਹ ਬ੍ਰਹਮ ਗਿਆਨ ਦਾ ਰਸਿਆ ਹੋਇਆ ਫਲ ਗੁਰਸਿੱਖ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੂਪੀ ਸੰਤੋਖ ਰੁੱਖ ਤੋਂ ਲੈ ਕਰਕੇ ਅੱਜ ਵੀ ਖਾਂਦੇ ਐ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਰੱਥ ਹਨ ਦੇਣ ਵਾਸਤੇ। ਦਾਤੇ ਤਾਂ ਸਤਿਗੁਰੂ ਜੀ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾ ਇਹ ਜਿਹੜਾ ਨਾ ਦਾਨਾ ਕੈ ਸਿਰ ਦਾਨ, ਇਹ ਸ਼੍ਰੋਮਣੀ ਦਾਨ ਜਿਹੜਾ ਸਾਧ ਸੰਗਤ ਜੀ ਮਹਾਰਾਜ ਤੋਂ ਬਿਨਾ ਕੋਈ ਨਹੀਂ ਦੇ ਸਕਦਾ। ਇਹ ਤਾਂ ਸੱਚੇ ਪਾਤਸ਼ਾਹੀ ਦਾਨਾਂ ਦੇ ਸਿਰ ਦਾਨ ਜਿਹੜਾ ਹੈ ਬ੍ਰਹਮ ਗਿਆਨ ਦਾ, ਇਹ ਵੇਖ ਲਓ ਏਡਾ ਵੱਡਾ ਦਾਨ ਹੈ। ਤੇ ਸਤਿਗੁਰੂ ਜੀ ਨੇ
ਐ ਵੰਡ ਦਿੱਤਾ ਜਿਵੇਂ ਛੋਲਿਆਂ ਦਾ ਪ੍ਰਸ਼ਾਦ ਵੰਡੀਦਾ ਏ ਕਿ ਕੇਵਲ ਸਿੱਖ ਨਹੀਂ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਮੁਸਲਮਾਨਾਂ ਨੂੰ ਵੀ ਗੱਦੀਆਂ ਦੇ ਦਿੱਤੀਆਂ ਆਪਣੇ ਘਰ ਦੀਆਂ। ਆਖਿਆ ਜਾਓ ਸਿੱਖੀ ਦਾ ਪ੍ਰਚਾਰ ਕਰੋ। 22 ਮੰਜੀਆਂ ਥਾਪ ਦਿੱਤੀਆਂ ਸੱਚੇ ਪਾਤਸ਼ਾਹ ਜੀ ਨੇ। ਉਹ ਤਾਂ ਮਸ਼ਹੂਰ ਨਾ ਜਿਨ੍ਹਾਂ ਨੂੰ ਪ੍ਰਸਿੱਧ ਸੀਗੇ, ਮਹਾਰਾਜ ਆਗਿਆ ਕਰਕੇ ਥਾਪੇ ਸੀ ਕਿ ਜਾਓ ਸਾਡੀ ਸਿੱਖੀ ਦਾ ਪ੍ਰਚਾਰ ਕਰੋ। ਤੇ ਉਹ ਤਾਂ 22 ਗਿਣੇ ਸੀ ਕਿਉਂਕਿ 22 ਸੂਬੇ ਸੀ ਨਾ ਇਸ ਦੇਸ਼ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਨ੍ਹਾਂ ਹੋਰ ਸਿੱਖਾਂ ਨੂੰ ਬਖਸ਼ਿਸ਼ਾਂ ਕੀਤੀਆਂ ਉਹ ਤਾਂ ਗਿਣੀ ਨਹੀਂ ਜਾ ਸਕਦੇ। ਇਉਂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਦਾਨ ਕੀਤਾ ਮਹਾਰਾਜ ਜੀ ਨੇ। ਤੇ ਮੁੱਲ ਦੇ ਵੱਟੇ ਤਾਂ ਸਤਿਗੁਰੂ ਜੀ ਨੇ ਇਹੀ ਕਿਹਾ ਨਾ ਕਿ ਭਾਈ ਸਿੱਖਾ ਆਪਣਾ ਤਨ ਤੇ ਮਨ ਤੇ ਧਨ ਗੁਰੂ ਸਾਹਿਬ ਨੂੰ ਸੌਂਪ ਦੇ, ਤੇ ਫਿਰ ਤੈਨੂੰ ਇਹ ਦਾਨ ਜਿਹੜਾ ਨਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੋਂ ਬ੍ਰਹਮ ਗਿਆਨ ਇਹ ਦਾਨ ਵਜੋਂ ਹੀ ਪ੍ਰਾਪਤ ਹੋ ਜਾਵੇਗਾ। ਨਹੀਂ ਤੇ ਜਿਹਨੂੰ ਕਿਸੇ ਨੂੰ ਕੋਈ ਪਤਾ ਲੱਗਦਾ ਥੋੜੀ ਸੋਝੀ ਪੈਂਦੀ ਹੈ, ਉਹ ਪਏ ਰਾਜੇ ਤਰਸਦੇ ਪਰ ਨਹੀਂ ਮਿਲਦਾ ਹੈ। ਇਹ ਤਾਂ ਸਤਿਗੁਰੂ ਜੀ ਕਿਰਪਾ ਕਰਦੇ ਆ। ਥੋੜੀ ਜੀ ਸੇਵਾ ਵੇਖ ਕੇ ਮਹਾਰਾਜ ਤੁਰਠ ਜਾਂਦੇ ਆ ਤੇ ਐਡੀ ਵੱਡੀ ਦਾਤ ਦੇ ਦਿੰਦੇ ਆ। ਹੁਣ ਭਾਈ ਹੰਦਾਲ ਨੂੰ ਆਟਾ ਗੁੰਨਣ ਦੇ ਬਦਲੇ ਹੀ ਦਿੱਤਾ ਸੀ ਨਾ। ਆਟਾ ਗੁੰਨਦਿਆਂ ਨਾਲੇ ਲੰਗਰ ਦਾ ਅਦਬ ਰੱਖਿਆ, ਨਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਤੇ ਹਜੂਰ ਉਹਦੀ ਭਾਵਨਾ ਵੇਖ ਕੇ ਕਹਿੰਦੇ ਭਾਈ ਹੰਦਾਲ ਨਿਹਾਲ ਹੋਇਓ, ਤੈਨੂੰ ਬ੍ਰਹਮ ਗਿਆਨ ਬਖਸ਼ਿਆ। ਇਉਂ ਉਹ ਭਾਈ ਹੰਦਾਲ ਸਦਾ ਹੀ ਗੁਰੂ ਕੇ ਵੱਜੇ। ਥੋੜੀ ਥੋੜੀ ਸੇਵਾ ਵੇਖ ਕੇ ਮਹਾਰਾਜ ਤੁਰਠ ਜਾਂਦੇ ਆ। ਇਹ ਦਾਨ ਦੇ ਰੂਪ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਿੰਦੇ ਆ। ਇਸੇ ਪ੍ਰਕਾਰ ਹੀ ਦਾਨਾ ਕੈ ਸਿਰ ਦਾਨ। ਜਿਹੜਾ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਕੋਲੋਂ ਇਹ ਫਿਰ ਫਲ ਖਾਂਦਾ ਨਾ ਬ੍ਰਹਮ ਗਿਆਨ ਦਾ, ਮਹਾਰਾਜ ਕਹਿੰਦੇ ਭਾਈ ਦਾਨਾਂ ਦੇ ਸਿਰ ਦਾਨ ਜਿਹੜਾ ਨਾ ਉਹ ਸਭ ਤੋਂ ਦਾਨਾਂ ਤੋਂ ਵੱਡਾ ਦਾਨ ਹੈ। ਉਹ ਫਿਰ ਆਪਣਾ ਸਿਰ ਤੱਕ ਵੀ ਦਾਨ ਕਰ ਦਿੰਦੇ। ਜਿਹੜਾ ਸਤਿਗੁਰੂ ਜੀ ਦੇ ਕੋਲੋਂ ਇਹ ਰਸ ਲੈ ਲੈਂਦਾ ਹੈ ਉਹਨੂੰ ਫਿਰ ਚਾਹ ਹੁੰਦਾ ਹੈ ਕਿ ਇਹ ਮੇਰਾ ਸਰੀਰ ਤਾਂ ਨਾਸ਼ ਹੋਣਾ ਹੀ ਹੈ, ਤੇ ਇਹ ਕਿਤੇ ਧਰਮ ਦੇ ਲੇਖੇ ਲੱਗ ਜੇ, ਪਰਉਪਕਾਰ ਦੇ ਕਿਤੇ ਕੰਮ ਆ ਜਾਵੇ ਮੇਰਾ ਸਰੀਰ। ਇਸੇ ਕਰਕੇ ਉਹ ਮਰਨ ਨੂੰ ਤਰਜੀਹ ਦਿੰਦੇ ਐ ਕਿ ਹੁਣ ਦਾਨ ਕਰਨ ਦਾ ਵਕਤ ਆਇਆ ਤਾਂ ਸਿਰ ਦਾਨ ਕਰ ਦਈਏ, ਕਿਉਂਕਿ ਸਰੀਰ ਦਾ ਠੀਕਰਾ ਤਾਂ ਟੁੱਟ ਹੀ ਜਾਣਾ ਹੈ, ਇਹ ਰਹਿਣਾ ਨਹੀਂ। ਮਹਾਰਾਜ ਨੂੰ ਵੀ ਜਦੋਂ ਸ਼੍ਰੀ ਮਾਤਾ ਗੁਜਰੀ ਜੀ ਨੇ ਇਹ ਪੱਤਰ ਲਿਖ ਕੇ ਸਿੱਖ ਹੱਥ ਭੇਜਿਆ ਸੀ, ਮਹਾਰਾਜ ਸਾਡਾ ਮਨ ਬੜਾ ਚਿੰਤਤ ਹੈ। ਆਪ ਮਹਾਰਾਜ ਕਿੰਨਾ ਸਮਾਂ ਹੋ ਗਿਆ ਦਿੱਲੀ ਗਿਆ, ਕੋਈ ਸੁੱਖ ਸ਼ਾਂਤੀ ਦੀ ਖਬਰ ਨਹੀਂ ਆਈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਲਿਖਿਆ ਸੀਗਾ ਕਿ ਭਾਈ ਅਸੀਂ ਜਿਹੜਾ ਆਪਣੇ ਸਰੀਰ ਦਾ ਠੀਕਰਾ ਨਾ, ਇਹ ਗੁਰੂ ਕਲਗੀਧਰ ਸਾਹਿਬ ਜੀ ਨੇ ਗੁਰੂ ਸਾਹਿਬ ਦੇ ਵਾਕ ਫਿਰ ਜਿਹੜੇ ਸੀ ਉਹ ਪ੍ਰਗਟ ਕੀਤੇ ਸੀ। ਮਹਾਰਾਜ ਨੇ ਕਿਹਾ ਸਰੀਰ ਦਾ ਠੀਕਰਾ ਟੁੱਟ ਜਾਣਾ ਇੱਕ ਦਿਨ, ਪਰ ਅਸੀਂ ਇਹ ਸਰੀਰ ਦਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਤੋੜਾਂਗੇ, ਧਰਮ ਦੀ ਰੱਖਿਆ ਕਰਾਂਗੇ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀਕਰਿਆ ਕਰੀ ਨ ਕਿਨਹੂ ਆਨ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਸਿੱਖਾਂ ਨੂੰ ਜਾਚ ਸਿਖਾਈ। ਮਹਾਰਾਜ ਕਿਹਾ ਜੇ ਦਾਨ ਕਰਨਾ ਤੇ ਭਾਈ ਫਿਰ ਦਾਨਾਂ ਦੇ ਜਿਹੜਾ ਸ਼੍ਰੋਮਣੀ ਦਾਨ ਹੈ ਨਾ ਉਹ ਸਿਰ ਦਾ ਦਾਨ ਹੈ। ਜਦੋਂ ਮਹਾਰਾਜ ਸਾਹਿਬ ਜੀ ਨੇ ਕਦੇ ਇਉਂ ਗਰੀਬ ਨਵਾਜ ਨੇ ਸਿੱਖਾਂ ਨੂੰ ਸਦਾ ਬਖਸ਼ਿਸ਼ਾਂ ਕੀਤੀਆਂ ਹੀ, ਫਿਰ ਵੀ ਬਖਸ਼ਿਸ਼ ਦੇਣ ਵਾਸਤੇ ਪਹਿਲਾਂ ਕਿਹਾ ਸਿੱਖੋ ਮੈਨੂੰ ਸਿਰ ਚਾਹੀਦਾ ਹੈ, ਤੇ ਭਾਈ ਦਇਆ ਸਿੰਘ ਸਾਹਿਬ ਨੇ ਮਹਾਰਾਜ ਦੇ ਅੱਗੇ ਭੇਟ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਦੇ ਅੱਗੇ। ਇਹ ਮਹਾਰਾਜ ਕਹਿੰਦੇ ਜਿਹਨੂੰ ਗਿਆਨ ਹੋ ਜਾਂਦਾ ਨਾ ਗੁਰਸਿੱਖੋ, ਉਹ ਗੁਰੂ ਸਾਹਿਬ ਨੂੰ ਸਿਰ ਦੇਣਾ ਵੀ ਥੋੜਾ ਹੀ ਸਮਝਦੇ ਆ ਕਿ ਮਹਾਰਾਜ ਇਹ ਤਾਂ ਮੈਂ ਬਹੁਤ ਸਤਿਗੁਰੂ ਜੀ ਥੋੜੀ ਤੁਛ ਜੀ ਭੇਟਾ ਅਰਪਣ ਕਰ ਰਿਹਾ ਹਾਂ। ਜਿਹਦੇ ਮਨ ਦੇ ਅੰਦਰ ਇਹ ਭਾਵਨਾ ਹੁੰਦੀ ਹੈ ਨਾ, ਉਹ ਭਾਈ ਮਨੀ ਸਿੰਘ ਸਾਹਿਬ ਦੇ ਕਹੇ ਹੋਏ ਵਾਕ ਨੇ ਇਤਿਹਾਸ ਵਿੱਚ ਅੰਕਿਤ ਹਨ। ਜਦੋਂ ਲਾਹੌਰ ਦੇ ਸਿੱਖਾਂ ਨੇ ਕਿਹਾ ਭਾਈ ਸਾਹਿਬ ਜੀ ਤੁਹਾਡੇ ਬਰਾਬਰ ਤੋਲ ਕੇ ਧਨ ਦੇ ਦਿੰਨੇ ਆ, ਤੁਹਾਨੂੰ ਸ਼ਹੀਦ ਨਹੀਂ ਹੋਣ ਦਿਆਂਗੇ, ਤੇ ਭਾਈ ਮਨੀ ਸਿੰਘ ਸਾਹਿਬ ਜੀ ਨੇ ਕਿਹਾ ਸੀਗਾ ਕਿ ਭਾਈ ਇਹ ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਕੀ ਖਾਨ, ਜੇ ਸਿਰ ਦਿੱਤਿਆਂ ਹਰ ਮਿਲੈ ਤਾਂ ਵੀ ਸਸਤਾ ਜਾਨ। ਕਹਿੰਦੇ ਜੇ ਸਿਰ ਦਿੱਤਿਆਂ ਵੀ ਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਿਆਰ ਮਿਲਦਾ ਹੈ ਤੇ ਇਹ ਸਿੱਖੋ ਮਹਿੰਗਾ ਸੌਦਾ ਨਹੀਂ। ਮੈਂ ਤਾਂ ਬੜਾ ਵਡਭਾਗੀ ਆ ਕਿ ਮੈਨੂੰ ਬੰਦ ਛੁਡਾਏ ਜਾਣ ਦਾ ਫਤਵਾ ਦਿੱਤਾ ਹੈ। ਸਰੀਰ ਨੂੰ ਇਹ ਤਾਂ ਨਾਸ਼ਵੰਤ ਹੈ, ਜੋ ਮਰਜ਼ੀ ਕਰ ਲੈਣ, ਮਰਨਾ ਹੈ ਇੱਕ ਦਿਨ। ਸਾਧ ਸੰਗਤ ਜੀ ਹੋਰ ਵੀ ਓਡੇ ਜਿਹੜੇ ਹੈ ਗਿਆਨ ਵਿੱਚ ਅਸਥਿਤ ਸਿੱਖ ਹੋਏ ਹੋਣਗੇ ਉਸ ਸਮੇਂ ਦੇ ਅੰਦਰ,
क्योंकि महाराज दे घर दे अंदर किहड़ी कोई कमी है। बड़े बड़े विद्वान सिख होणगे, भाई मनी सिंह साहब जी जिवें उन्हां दी विद्वता दा जिक्र कीता जांदा है, पर वो इन्ने प्रसिद्ध क्यों है? क्योंकि उन्होंने धर्म वास्ते आपदे सिर दा दान कर दिता, बंद बंद छुड़वाया, इस करके उन्हां दा नाम सदा लई अमर ते अटल हो गया। ये सच्चे पातशाह जी की कीती हुई बख्शिश है। धन गुरु 10वें पातशाह जी महाराज जी दी। हजूर ने कहा सी, मनी सिंह ऐसा समा आवेगा जदों धर्म की रखिया वास्ते तेरे शरीर का बंद बंद छुटेगा, पर तेरे ज्ञान विच कोई फर्क नहीं पवेगा, रस विच नहीं फर्क पवेगा। ये हजूर ने कहा भाई दाना दे सिर जिथे ब्रह्म ज्ञान का श्रोमणी दान है ना, गुरु साहब कोलों प्राप्त हुंदा है, ते जिन्हां नूं ये मिल जांदा है ब्रह्म ज्ञान, वो आपदे सिर दा दान ही दे दिंदे आ इस दे बदले कि महाराज सिर भी थोड़ा है। जिवें महाराज जी ने भी आख्या सी ना कि सम्मन जाओ इस प्रेम की, दम क्यों होती हुती साठ, रावण होते सो रंक नह जिन सिर दीने काट। महाराज कहंदे भाई रावण जिहड़ा को रंक कंगाल थोड़ो सी, वो भी तां सिर भेंट करदा सी ना, पर जे सिर दित्तियां भी परमेश्वर मिल जावे तां सस्ता सौदा है, कोई महंगा सौदा नहीं। महाराज सच्चे पातशाह जी इत्थे फरमाउंदे है कि ये सिर दान मैं, श्रोमणी दान मैं। गुरु नानक साहब जी दे वाक हन, भाई गुरु साहब जी दे कोलों दान रूप च प्राप्त हुंदा है। मुल इस करके नहीं कि सेवा करके कहे कि महाराज मैनू मुल दिओ, मैं इन्नी सेवा कीती है, फिर कोई होर कर्म निष्काम कर्म करके कहे कि मैं इन्ने कर्म कीते है, मैनू महाराज इन्ना नाम मैं जपिया मैनू दिओ। ये तां भाई सेवा करे ते नाम जपे, निष्काम कर्म करे, फिर उन्हां दी कदे हौमे ना जणावे महाराज दे कोल। यही कहे कि महाराज तां तुसी मेरे भले लई कीता है, मैनू बख्शिश कीती है, ते जे महाराज मैनू एडी वड्डी बख्शिश नाम दी दे दिओगे तां तुहाडी दया ही है ना महाराज, मेरी करतूत कोई लैण जोगी थोड़ो है। महाराज मैं तां पात्र भी नहीं बनिया हाँ, पात्र भी तुसां ही बनाउणा है सतगुरु जी। फिर महाराज तुरठदे सच्चे पातशाह जी पात्र साफ कर दिंदे है, शब्द की कमाई करिए तां मन रूपी पात्र साफ हो जाता है। उथे फिर महाराज ये साध संगत जी ब्रह्म ज्ञान दे दान दी वस्तु पाउंदे आ सच्चे पातशाह, दान च ही दिंदे आ, तरस करके ही दिंदे आ, होर किसी तरीके नाले प्राप्त नहीं हुंदा। महाराज कहंदे श्रोमणी दान है भाई गुरु साहब दे कोल, ये महाराज आपदे सिखां नूं प्रसन्न होके दिंदे आ, जिहड़ा फिर महाराज दी खुशी लैंदा है। महला पहला। पहले पातशाह गुरु नानक साहब जी महाराज फरमाउंदे हन, सोने का बिरख पत पर वाला। हुण महाराज फिर अगे ये रुख दा ही साध संगत जी प्रमाण धर के सतगुरु जी बख्शिश करदे है। महाराज सच्चे पातशाह जी कहंदे है जिहड़े साडे गुरु साहब हन ना सिखो, वो सोने दे बिरछ है। हुण सोने दा महाराज साहब जी प्रमाण भावें कि साध संगत जी सोने दे रुख प्रकृति दे उल्ट वह नहीं हुंदे हन, पर महाराज सच्चे पातशाह जी इत्थे निरंकार दे सतगुरु जी वाचक दस रहे है गरीब निवास सच्चे पातशाह। क्योंकि सोने दा प्रमाण महाराज क्यों लिया है? सोना साध संगत जी शुद्ध मन्निया है, फिर अमोलक वै, बेकीमता है। इवें ही परमेश्वर शुद्ध वै, अमोलक वै, बेकीमता है। सच्चे पातशाह जी महाराज इस करके सानू समझाउण लई कि साडे मनां दे अंदर निरंकार दे प्रति प्रेम ते शरधा बने। सच्चे पातशाह जी ने उस संसार दियां जिहड़ियां ना चीज़ां उन्हां दा उदाहरण लैके, क्योंकि जिवें हुण जीव सोने नूं शुद्ध मनदे है ते बेकीमता समझदे है, अमोलक समझदे है, असल विच महाराज कहंदे भाई सोना तां परमेश्वर ही है। गुरसिखो परमेश्वर जिहड़ा ना वो सोने दा बिरछ है। हुण किसे बिरछ नूं ही साध संगत जी को बिरछ ही सोने दा होवे ते फिर ये संसारी जीव किन्ना उहदे नाल लगाव करन, अपने घरां च किन्ना लाउण नूं उहदी खिच करन, ते सरकारां किवें कहण भी कौन ला सकदा ते कौन नहीं ला सकदा इस रुख नूं। इवें जे इस तरह हो जावे ते फिर भाव है जीवां दे मन दे लगाव दा किन्ना लगा होवेगा जिन्ना सोने नाल पकड़ करदे है। हजूर कहंदे असल विच भाई ये सोने दी पकड़ तां झूठी है, सोना की है? सोने दा बिरख तां महाराज कहंदे निरंकार वै, वाहिगुरू है सोने दा रुख। साडे जो गुरु साहब हन
ਹੁਣ ਜੇ ਸੋਨੇ ਦੇ ਰੁੱਖ ਹਨ ਤਾਂ ਗੁਰੂ ਨਾਨਕ ਸਾਹਿਬ ਜੀ ਆਪ ਹਨ, ਸੋਨੇ ਦੇ ਰੁੱਖ ਹਨ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹਨ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹਨ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਗੁਰੂ ਸਾਹਿਬ ਜੀ ਹੁਣ ਦੂਸਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਮਹੱਲੇ ਦੇ ਅੰਦਰ ਸਤਿਗੁਰੂ ਜੀ ਜੋ ਹੈ ਪਹਿਲਾਂ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਹੈ, ਹੁਣ ਮਹਾਰਾਜ ਮਹੱਲੇ ਵਿੱਚ ਸਤਿਗੁਰੂ ਜੀ ਕਹਿੰਦੇ ਭਾਈ ਸੋਨੇ ਕਾ ਬਿਰਖ। ਫਿਰ ਪੜੋ ਪੰਕਤੀ। ਸੋਨੇ ਕਾ ਬਿਰਖ ਪਤ ਪਰਵਾਲਾ। ਮਹਾਰਾਜ ਕਹਿੰਦੇ ਭਾਈ ਗੁਰੂ ਸਾਹਿਬ ਜੀ ਨਾ ਸੋਨੇ ਦਾ ਬਿਰਸ਼ ਹਨ ਤੇ ਸਾਧ ਸੰਗਤ ਜੀ ਫਿਰ ਬਿਰਸ਼ ਨੂੰ ਪੱਤੇ ਹੁੰਦੇ ਆ। ਮਹਾਰਾਜ ਕਹਿੰਦੇ ਜਿਹੜੇ ਭਾਈ ਪਰਵਾਲ ਮੂੰਗੇ ਹੁੰਦੇ ਆ ਨਾ ਸਾਧ ਸੰਗਤ ਜੀ, ਇਹ ਮਹਾਰਾਜ ਕਹਿੰਦੇ ਪੱਤਿਆਂ ਦੀ ਤਰ੍ਹਾਂ ਲਟਕ ਰਹੇ ਆ। ਜਿਵੇਂ ਸੋਨੇ ਦੇ ਬਿਰਸ਼ਾਂ ਦੀ ਕਢਾਈ ਨਹੀਂ ਕੀਤੀ ਹੁੰਦੀ ਤੇ ਉਹ ਸਾਧ ਸੰਗਤ ਜੀ ਜਿਹੜੇ ਲਟਕਦੇ ਹੁੰਦੇ ਨਾਲ ਪੱਤਿਆਂ ਦੀ ਤਰ੍ਹਾਂ ਬਣਾਏ ਹੁੰਦੇ ਉਹਨਾਂ ਨੂੰ ਮੂੰਗੇ ਕਹਿੰਦੇ। ਸੋਨੇ ਦੇ ਮੂੰਗੇ ਵੀ ਹੁੰਦੇ ਜਿਹੜੇ ਲਟਕਦੇ ਹੁੰਦੇ ਆ। ਇਸ ਪ੍ਰਕਾਰ ਜਿਹੜੇ ਆ ਨਾ ਪਰਵਾਲ ਮੂੰਗਰੇ ਉਹ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਪੱਤਿਆਂ ਦੀ ਨਿਆਈ ਲੱਗੇ ਹੋਏ ਹਨ। ਇਸੇ ਪ੍ਰਕਾਰ ਹੀ ਸੋਨੇ ਕਾ ਬਿਰਖ ਪਤ ਪਰਵਾਲਾ। ਹਜੂਰ ਕਹਿੰਦੇ ਗੁਰੂ ਸਾਹਿਬ ਜੀ ਭਾਈ ਸੋਨੇ ਦੇ ਬਿਰਖ ਵਾਏ, ਸੋਨੇ ਦੇ ਰੁੱਖ ਵਾਏ ਤੇ ਜਿਹੜਾ ਇਸ ਪ੍ਰਕਾਰ ਵਾਲ ਕਹਿੰਦੇ ਆ ਵਾੜ ਨੂੰ, ਇਹ ਸੰਸਾਰ ਰੂਪੀ ਵਾੜ ਜਿਹੜੀ ਹੈ ਨਾ ਇਹਦੇ ਤੋਂ ਪਰਾ ਰੂਪ ਹੈ ਬ੍ਰਹਮ। ਮਹਾਰਾਜ ਕਹਿੰਦੇ ਭਾਈ ਪੱਤੇ ਲੱਗੇ ਹੋਏ ਹਨ। ਫੁੱਲ ਜਵੇਹਰ ਲਾਲ। ਫਿਰ ਮਹਾਰਾਜ ਨੇ ਕਿਹਾ ਸੁਭ ਗੁਣਾ ਰੂਪੀ ਫੁੱਲ ਵੈ ਜਾਂ ਬੈਰਾਗ ਰੂਪੀ ਫੁੱਲ ਵੈ। ਤੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਿਹਾ ਗਿਆਨ ਰੂਪੀ ਜਵੇਹਰ ਵੈ ਤੇ ਪ੍ਰੇਮ ਰੂਪੀ ਲਾਲ ਹੈ ਗੁਰੂ ਰੂਪੀ ਸੋਨੇ ਦੇ ਬਿਰਖ ਨੂੰ। ਜਿਵੇਂ ਇਹ ਲਾਲ ਪੰਨੇ ਜਿਹੜੇ ਐ ਇਹ ਜੜੇ ਹੁੰਦੇ ਆ ਨਾ ਸੋਨੇ ਦੇ ਅੰਦਰ, ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਰੂਪੀ ਜਿਹੜਾ ਹੈ ਸੋਨੇ ਦਾ ਰੁੱਖ ਉਹਦੇ ਵਿੱਚ ਪ੍ਰੇਮ ਰੂਪੀ ਲਾਲ ਜੜਿਆ ਹੋਇਆ ਹੈ, ਗਿਆਨ ਰੂਪੀ ਜਵੇਹਰ ਜੜਿਆ ਹੋਇਆ ਹੈ, ਬੈਰਾਗ ਰੂਪੀ ਫੁੱਲ ਲੱਗੇ ਹੋਏ ਆ ਗੁਰੂ ਰੂਪੀ ਸੋਨੇ ਦੇ ਬਿਰਖ ਨੂੰ। ਜੇ ਇਹੋ ਜਿਹਾ ਸੰਸਾਰ ਦੇ ਅੰਦਰ ਜੀਆਂ ਦਾ ਪਿਆਰ ਰਤਨਾਂ ਜਵਾਹਰਾਂ ਮੋਤੀਆਂ ਤੇ ਹੀਰਿਆਂ ਨਾਲ ਹੈ ਨਾ, ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਇਹ ਪਿਆਰ ਝੂਠਾ ਹੈ ਸਿੱਖੋ, ਗੁਰੂ ਸਾਹਿਬ ਜੀ ਹੀ ਸੋਨੇ ਦੇ ਬਿਰਖ ਹਨ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਇਸੇ ਪ੍ਰਕਾਰ ਹੀ ਸੋਨੇ ਕਾ ਬਿਰਖ ਪਤ ਪਰਵਾਲਾ। ਮਹਾਰਾਜ ਕਹਿੰਦੇ ਆ ਭਾਈ ਸੋਨੇ ਦਾ ਰੁੱਖ ਹਨ ਗੁਰੂ ਸਾਹਿਬ ਜੀ ਤੇ ਜਿਹੜੇ ਪੱਤੇ ਲੱਗੇ ਹੋਏ ਆ ਨਾ ਪਰਵਾਲ ਮੂੰਗਿਆਂ ਦੀ ਨਿਆਈ, ਉਹ ਕਿਹੜੇ ਗੁਰੂ ਸਾਹਿਬ ਦੇ ਬਚਨ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਹੋ ਜਿਹੇ ਜਿਹੜੇ ਸਤਿਗੁਰੂ ਜੀ ਬਚਨ ਕਰਦੇ ਆ ਨਾ ਆਪਣੇ ਮੁਖ ਤੋਂ, ਸਾਧ ਸੰਗਤ ਜੀ ਜਿਵੇਂ ਜੀਆਂ ਦੇ ਮਨ ਜਿਹੜੇ ਆ ਉਹ ਮੈਲੇ ਹੁੰਦੇ ਆ ਪਰ ਗੁਰੂ ਸਾਹਿਬ ਦੇ ਬਚਨਾਂ ਨਾਲ ਕਿਹੋ ਜਿਹੇ ਸੁੱਧ ਹੋ ਜਾਂਦੇ ਆ। ਜਦੋਂ ਸੱਚੇ ਪਾਤਸ਼ਾਹ ਜੀ ਦੇ ਬਚਨ ਕੋਈ ਵੀ ਪਾਪੀ ਹਿਰਦਾ ਵੀ ਸੁਣਦਾ ਨਾ ਮਨ ਲਾ ਕਰਕੇ, ਉਹਨੂੰ ਵੀ ਸੁੱਧਤਾ ਪ੍ਰਾਪਤ ਹੁੰਦੀ ਹੈ। ਗੁਰੂ ਸਾਹਿਬ ਜੀ ਇਹੋ ਜਿਹੇ ਸੋਨੇ ਦੇ ਬਿਰਖ ਵੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਹੜੇ ਆ ਉਹ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਬਚਨਾਂ ਰੂਪੀ ਜਿਹੜੇ ਪੱਤੇ ਆ ਨਾ, ਉਹ ਮਹਾਰਾਜ ਕਹਿੰਦੇ ਭਾਈ ਇਹ ਮੂੰਗਿਆਂ ਦੀ ਨਿਆਈ ਲੱਗੇ ਹਨ। ਫੁੱਲ ਜਵੇਹਰ ਲਾਲ। ਤੇ ਸੋਹਣਾ ਬੈਰਾਗ ਦਾ ਫੁੱਲ ਵੈ, ਗਿਆਨ ਰੂਪੀ ਜਵਾਹਰ ਵੈ ਤੇ ਪ੍ਰੇਮ ਰੂਪੀ ਲਾਲ ਮਹਾਰਾਜ ਕਹਿੰਦੇ ਭਾਈ ਗੁਰੂ ਰੂਪੀ ਸੋਨੇ ਦੇ ਬਿਰਖ ਕੋਲੋਂ ਪ੍ਰਾਪਤ ਹੁੰਦਾ ਏ। ਤਿਤ ਫਲ ਰਤਨ ਲਗਹਿ ਮੁਖ ਭਾਖਿਤ। ਸਤਿਗੁਰੂ ਜੀ ਕਹਿੰਦੇ ਹੁਣ ਗਰੀਬ ਨਵਾਜ ਕਹਿੰਦੇ ਤਿਸ ਗੁਰੂ ਸਾਹਿਬ ਰੂਪੀ ਸੋਨੇ ਦੇ ਬਿਰਖ ਨੂੰ ਮਹਾਰਾਜ ਕਹਿੰਦੇ ਭਾਈ ਫਿਰ ਬ੍ਰਹਮ ਗਿਆਨ ਰੂਪੀ ਫਲ ਲੱਗਦਾ ਹੈ। ਪਹਿਲਾਂ ਵੀ ਮਹਾਰਾਜ ਜੀ ਨੇ ਫਲ ਦਾ ਜ਼ਿਕਰ ਕੀਤਾ ਤੇ ਬ੍ਰਹਮ ਗਿਆਨ ਦਾ ਫਲ ਦੱਸਿਆ। ਇੱਥੇ ਵੀ ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਸਾਹਿਬ ਜੀ ਸੋਨੇ ਦੇ ਬਿਰਸ਼ ਹਨ, ਭਾਵ ਅਮੋਲਕ ਹਨ, ਸੁੱਧ ਹਨ। ਤੇ ਜਿਵੇਂ ਹਜੂਰ ਨੇ ਕਿਹਾ ਕਿ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਕੋਈ ਕੀ ਕੀਮਤ ਕਥਨ ਕਰ ਸਕਦਾ ਹੈ। ਗੁਰੂ ਸਾਹਿਬ ਦੇ ਬਚਨਾਂ ਦੀ ਕੀਮਤ ਨਹੀਂ ਕਹੀ ਜਾ ਸਕਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹੋ ਜੀ ਬਖਸ਼ਿਸ਼ ਕਰਦੇ ਆ। ਤਿਤ ਫਲ ਰਤਨ ਲੱਗਾ ਹੈ ਮੁਖ ਭਾਖਤ। ਜਦੋਂ ਮੁਖ ਤੋਂ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਲੈ ਕਰਕੇ ਸਾਧ ਸੰਗਤ ਜੀ ਨਾਮ ਭਾਖਤ ਭਾਖੀ ਦਾ ਨਾ ਭਾਵ ਜਪੀ ਦਾ ਹੈ ਤੇ ਉਹਦੇ ਅੰਦਰ ਇਹ ਫਲ ਜਿਹੜਾ ਫਿਰ ਲੱਗਣ ਲੱਗ ਜਾਂਦਾ ਹੈ। ਉਹਦੇ ਅੰਦਰ ਇਹ ਹਰਿਆਵਲਤਾ ਸੁਭ ਗੁਣਾਂ ਦੀ ਆਉਣ ਲੱਗ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਿਹੜੇ ਮੁਖ ਤੋਂ ਭਾਖਦੇ ਹਨ, ਉਚਾਰਨ ਕਰਦੇ ਹਨ ਗੁਰੂ ਜੀ ਦਾ ਦਿੱਤਾ ਹੋਇਆ ਨਾਮ, ਉਹਨਾਂ ਨੂੰ ਮਹਾਰਾਜ ਕਹਿੰਦੇ ਭਾਈ ਬ੍ਰਹਮ ਗਿਆਨ ਰੂਪੀ ਫਲ ਜਿਹੜਾ ਹੈ ਨਾ ਉਹ ਪ੍ਰਾਪਤ ਹੁੰਦਾ ਹੈ। ਤੇ ਇਉਂ ਹਜੂਰ ਕਹਿੰਦੇ ਨਾਮ ਰੂਪੀ ਰਤਨ ਜਿਹੜਾ ਹੈ ਜਿਹਨੂੰ ਪਾ ਕਰਕੇ ਹੋਰ ਰਤ ਪ੍ਰੀਤੀ ਨਹੀਂ ਰਹਿੰਦੀ,
ਉਹ ਅੰਦਰ ਲੱਗ ਜਾਂਦੇ ਆ। ਮਹਾਰਾਜ ਕਹਿੰਦੇ ਭਾਈ ਪ੍ਰਾਪਤ ਹੋ ਜਾਂਦੇ ਆ। ਹਿਰਦੈ ਹਿਰਦੈ ਨਿਹਾਲ, ਉਹ ਹਿਰਦੇ ਦੇ ਹਿਰਦੇ ਅੰਦਰ ਹੀ ਫਿਰ ਮਹਾਰਾਜ ਕਹਿੰਦੇ ਨਿਹਾਲ ਹੋ ਜਾਂਦੇ ਆ, ਸਦ ਸਦ ਹੋ ਜਾਂਦੇ ਆ, ਕ੍ਰਿਤ ਕ੍ਰਿਤ ਹੋ ਜਾਂਦੇ ਆ। ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਉਂ ਬਖਸ਼ਿਸ਼ ਕਰ ਦਿੰਦੇ ਆ ਨਾ, ਜਿਨ੍ਹਾਂ ਨੂੰ ਇਹ ਬ੍ਰਹਮ ਗਿਆਨ ਦਾ ਫਲ ਪ੍ਰਾਪਤ ਹੁੰਦਾ ਹੈ, ਉਹ ਅੰਦਰ ਹੀ ਨਿਹਾਲ ਹੋ ਜਾਂਦੇ ਆ। ਇਹੋ ਜਿਹੇ ਨਿਹਾਲ ਹੁੰਦੇ ਆ ਬ੍ਰਹਮ ਗਿਆਨੀ। ਇਉਂ ਨੇਤਰ ਬੰਦ ਕਰਕੇ ਕਈ ਵਾਰੀ ਆਨੰਦ ਲੈਂਦੇ ਆ। ਜਿਹੜੇ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਮਹਾਂਪੁਰਖ ਸੀ, ਉਹਨਾਂ ਨੂੰ ਨਾ ਦੀਵਾਲੀ ਤੇ ਸਿੰਘ ਕਹਿਣ ਮਹਾਰਾਜ ਬੜੀ ਬਾਹਰ ਦੀਪਮਾਲਾ ਸੋਹਣੀ, ਆਓ ਵੇਖੋ। ਤੇ ਕਹਿਣ ਲੱਗੇ ਵੀ ਸਾਡੀ ਇੱਛਾ ਨਹੀਂ। ਕਹਿਣ ਲੱਗੇ ਨਹੀਂ ਮਹਾਰਾਜ ਬੜੀ ਸੋਹਣੀ ਦੀਪਮਾਲਾ ਵੇਖੋ। ਕਹਿੰਦੇ ਮਹਾਰਾਜ ਨੇ ਅੰਦਰ ਹੀ ਇੰਨੀ ਦੀਪਮਾਲਾ ਕਰ ਦਿੱਤੀ ਹੈ, ਬਾਹਰਲੀ ਦੀਵਿਆਂ ਦੀ ਦੀਪਮਾਲਾ ਹੁਣ ਵੇਖਣ ਦੀ ਇੱਛਾ ਹੀ ਨਹੀਂ ਰਹੀ। ਇੰਨਾ ਅੰਦਰ ਉਜਿਆਲਾ ਸ਼ਬਦ ਦਾ ਹੀ ਹੋ ਜਾਂਦਾ ਹੈ। ਤੋ ਸਾਧ ਸੰਗਤ ਜੀ ਬਾਹਰ ਦੀ ਰੌਣਕ ਜਿਹੜੀ ਆ ਉਹਨਾਂ ਨੂੰ ਫਿੱਕੀ ਜਾਪਦੀ, ਅੰਦਰ ਇੰਨੀ ਰੌਣਕ ਹੋ ਜਾਂਦੀ, ਇੰਨਾ ਆਨੰਦ, ਇੰਨਾ ਖੇੜਾ ਅੰਦਰ ਹੁੰਦਾ ਨਾ। ਕੋਟ ਸੂਰ ਨਾਨਕ ਪ੍ਰਕਾਸ਼, ਕਰੋੜਾਂ ਸੂਰਜਾਂ ਤੋਂ ਵੀ ਵੱਧ ਪ੍ਰਕਾਸ਼ ਹੁੰਦਾ ਹੈ ਅੰਦਰ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਹਿਰਦੇ ਦੇ ਅੰਦਰ ਹੀ ਜਿਹੜੇ ਹਨ ਨਿਹਾਲ ਹੋ ਜਾਂਦੇ ਆ। ਫਿਰ ਮਹਾਰਾਜ ਕਹਿੰਦੇ ਨੇ ਤਿਤ ਫਲ ਰਤਨ ਲੱਗਾ ਹੈ ਮੁਖ ਭਾਖਤ। ਜਿਹੜੇ ਮੁਖ ਤੋਂ ਭਾਖਦੇ ਆ, ਨਾਮ ਜਪਦੇ ਆ, ਜਾਂ ਸਤਿਗੁਰੂ ਜੀ ਦੇ ਮੁਖ ਤੋਂ ਜਿਹੜਾ ਉਪਦੇਸ਼ ਨਿਕਲਦਾ ਹੈ, ਉਹ ਸਾਧ ਸੰਗਤ ਜੀ ਜਿਹੜੇ ਗ੍ਰਹਿਣ ਕਰਦੇ ਆ, ਮਹਾਰਾਜ ਕਹਿੰਦੇ ਤਿੰਨਾਂ ਨੂੰ ਭਾਈ ਇਹ ਜਿਹੜਾ ਨਾ ਬ੍ਰਹਮ ਗਿਆਨ ਰੂਪੀ ਫਲ ਪੈਂਦਾ ਹੈ। ਤੇ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਕਿ ਨਾਮ ਰੂਪੀ ਰਤਨ ਫਿਰ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਤੇ ਹਿਰਦੈ ਹਿਰਦੈ ਨਿਹਾਲ, ਉਹ ਹਿਰਦੇ ਦੇ ਹਿਰਦੇ ਦੇ ਅੰਦਰ ਹੀ ਨਿਹਾਲ ਵੇਖ ਲੈਂਦੇ ਆ। ਨਿਹਾਲ ਦਾ ਅਰਥ ਵੇਖਣਾ ਵੀ ਹੁੰਦਾ, ਉਹ ਅੰਦਰ ਹੀ ਵੇਖ ਲੈਂਦੇ, ਪ੍ਰਮਾਤਮਾ ਦਾ ਦਰਸ਼ਨ ਕਰ ਲੈਂਦੇ, ਅੰਦਰਲੇ ਦੀਦਿਆਂ ਦੇ ਨਾਲ ਵਾਹਿਗੁਰੂ ਦਾ ਦਰਸ਼ਨ ਪਾ ਲੈਂਦੇ ਆ। ਮਹਾਰਾਜ ਕਹਿੰਦੇ ਭਾਈ ਇਹੋ ਜਿਹੇ ਗੁਰੂ ਸਾਹਿਬ ਜੀ ਸੋਇਨੇ ਦੇ ਰੁੱਖ ਹਨ ਸਾਡੇ ਪਾਰ ਬ੍ਰਹਮ ਪਰਮੇਸ਼ਰ। ਨਾਨਕ ਕਰਮ ਹੋਵੇ ਮੁਖ ਮਸਤਕ। ਹਜੂਰ ਕਹਿੰਦੇ ਨੇ ਜਿਹੜਾ ਹੈ ਨਿਸ਼ਕਾਮ ਕਰਮ, ਮਹਾਰਾਜ ਕਹਿੰਦੇ ਨੇ ਇਹ ਮੁਖ ਦਾ ਅਰਥ ਹੈ ਸ਼੍ਰੋਮਣੀ। ਮਸਤਕ ਦੇ ਉੱਤੇ ਮਹਾਰਾਜ ਕਹਿੰਦੇ ਭਾਈ ਹੁਣ ਲਿਖਿਆ ਹੋਵੇ ਲੇਖ। ਇਹ ਨਿਸ਼ਕਾਮ ਕਰਮਾਂ ਦਾ ਲੇਖ ਪਾਇਆ ਹੋਇਆ ਨਾ ਪਰਮੇਸ਼ਰ ਨੇ, ਲਿਖਿਆ ਹੋਵੇ ਲੇਖ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਭਾਈ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ। ਫਿਰ ਸਤਿਗੁਰੂ ਜੀ ਫਰਮਾਉਂਦੇ ਫਿਰ ਪੜੋ ਨਾਨਕ ਕਰਮ ਹੋਵੇ ਮੁਖ ਮਸਤਕ। ਮਹਾਰਾਜ ਕਹਿੰਦੇ ਨੇ ਕਰਮ ਬਖਸ਼ਿਸ਼ ਹੋਵੇ ਨਾ ਗੁਰੂ ਸਾਹਿਬ ਜੀ ਦੀ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੀ ਨਿਸ਼ਾਨੀ ਕੀ ਹੁੰਦੀ ਹੈ? ਜਿਹੜੇ ਸਾਧ ਸੰਗਤ ਜੀ ਮੁਖੀ ਲੇਖ ਹਨ ਮਸਤਕ ਦੇ ਉੱਤੇ, ਮੁਖੀ ਲੇਖ ਕੀ ਹੈ? ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਦਾ ਲੇਖ ਹੈ, ਸੱਚੇ ਪਾਤਸ਼ਾਹ ਜੀ ਦੀ ਸੰਗਤ ਪ੍ਰੀਤ ਨਾਲ ਕਰਨ ਦਾ ਲੇਖ ਹੈ, ਮਨ ਦਾ ਦਰਬੀ ਭੂਤ ਹੋ ਜਾਣਾ ਲੇਖ ਹੈ। ਨਹੀਂ ਤਾਂ ਕਠੋਰ ਪੱਥਰ ਵਰਗੇ ਮਨ ਕਿੱਥੇ ਪਤੀਜਦੇ ਹੈ? ਮਹਾਰਾਜ ਨੇ ਲੇਖ ਪਾਇਆ ਹੈ ਤਾਂ ਹਜੂਰ ਨੇ ਫਰਮਾਇਆ ਹੈ ਲਿਖਿਆ ਹੋਵੇ ਲੇਖ। ਜੇ ਇਹ ਲਿਖਿਆ ਹੋਵੇ ਨਾ ਲੇਖ, ਮੇਰੇ ਨਿਰੰਕਾਰ ਨੇ ਵਾਹਿਗੁਰੂ ਨੇ ਸ਼੍ਰੋਮਣੀ ਲੇਖ ਆਪਦੀ ਪ੍ਰੀਤ ਦਾ ਪਾਇਆ ਹੋਵੇ ਮਸਤਕ ਦੇ ਉੱਤੇ, ਆਪਣੀ ਬਖਸ਼ਿਸ਼ ਦਾ ਹੀ ਲੇਖ ਮਸਤਕ ਦੇ ਉੱਤੇ ਪਾਇਆ ਹੋਵੇ ਨਾ, ਤਾਂ ਮਹਾਰਾਜ ਕਹਿੰਦੇ ਭਾਈ ਫਿਰ ਉਹਨੂੰ ਕੀ ਪ੍ਰਾਪਤ ਹੁੰਦਾ ਏ? 68 ਤੀਰਥ ਗੁਰ ਕੀ ਚਰਣੀ। ਉਹਨੂੰ ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਹੀ 68 ਤੀਰਥ, 68 ਤੀਰਥਾਂ ਦੇ ਨਹਾਉਣ ਦਾ ਫਲ ਮਿਲ ਜਾਂਦਾ ਹੈ। ਤੁਰ ਤੁਰ ਕੇ ਜਾਣ ਦੀ ਲੋੜ ਨਹੀਂ। ਜਿਹਦੇ ਮਸਤਕ ਤੇ ਲੇਖ ਪਾਇਆ ਮੇਰੇ ਵਾਹਿਗੁਰੂ ਨੇ, ਉਹਨੂੰ ਗੁਰੂ ਸਾਹਿਬ ਦੇ ਚਰਨਾਂ 'ਚੋਂ ਹੀ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ। ਇਹ ਲੇਖ ਹੀ ਪਿਆ ਸੀ ਨਾ ਨਿਰੰਕਾਰ ਦਾ ਪਾਇਆ ਹੋਇਆ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਭਾਈ ਪੁਰਖਾ ਤੁਸੀਂ ਚਿੰਤਾ ਕਿਉਂ ਕਰਦੇ ਹੋ? ਘੋੜੀ ਤੇ ਚੜ ਕੇ ਆਉਣ ਦਾ ਫਿਕਰ ਨਾ ਕਰੋ। ਜਿੰਨਾ ਲੈਣਾ ਹੁੰਦਾ ਨਾ ਉਹ ਚੜ ਕੇ ਹੀ ਆਉਂਦੇ ਘੋੜੀਆਂ ਤੇ, ਜਿੰਨਾ ਦੇਣਾ ਹੁੰਦਾ ਉਹ ਤੁਰ ਕੇ ਹੀ ਆਉਂਦੇ ਆ। ਮਹਾਰਾਜ ਉਦੋਂ ਹੀ ਕਹਿਤਾ ਸੀ, ਲੇਖ ਪਾਇਆ ਸੀ ਨਾ ਨਿਰੰਕਾਰ ਨੇ, ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਸ ਦੇਵੀ ਵੱਲ ਵੇਖ ਕੇ ਨਿਰਣਾ ਕਰ ਲਿਆ ਕਿ ਭਾਈ ਜੇ ਗੁਰੂ ਸਾਹਿਬ ਦੇ ਚਰਨਾਂ 'ਚ ਦੇਵੀ ਆ ਕੇ ਪਾਪ ਲਾਉਂਦੀ ਫਿਰਦੀ ਹੈ ਤੇ ਅਸੀਂ ਹੋਰ ਕਿੱਥੇ ਹੁਣ ਜਾਣਾ ਹੈ? ਅਸੀਂ ਆ ਗਏ ਜਿੱਥੇ ਆਉਣਾ ਸੀਗਾ। ਤੇ ਉਹ ਮਹਾਰਾਜ ਨੇ ਵੇਖ ਲਿਆ ਕਿ 68 ਤੀਰਥ ਗੁਰ ਕੀ ਚਰਣੀ, ਇਹ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਤੇ 68 ਤੀਰਥ ਵੀ ਆ ਕੇ ਪਾਪ ਲਾਉਂਦੇ ਆ, ਮਨਾ ਹੁਣ ਕਿੱਥੇ ਹੋਰ ਜਾਣਾ ਹੈ? ਇਹ ਜਿਹਦੇ ਮਸਤਕ ਤੇ ਲੇਖ ਪਾਇਆ ਹੋਵੇ ਨਾ, ਮਸਤਕ ਦਾ ਲੇਖ ਹੀ ਹੁੰਦਾ ਨਾ ਸਾਧ ਸੰਗਤ ਜੀ, ਕਿੱਥੋਂ ਪਾਪੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਹੋ ਜਾਣੀ। ਕਿੱਡੇ ਕਿੱਡੇ ਚੋਰ, ਧਾੜਵੀ, ਬਦਮਾਸ਼
ਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਆ ਕਰਕੇ ਕਿਹੋ ਜੇ ਬ੍ਰਹਮ ਗਿਆਨੀ ਹੋਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਕਿਹੋ ਜਿਹਾ ਦੁਰਵਿਹਾਰ ਛਡਾ ਕਰਕੇ ਮਹਾਰਾਜ ਸਾਹਿਬ ਜੀ ਨੇ ਇਹੋ ਜਿਹਾ ਗਿਆਨ ਰਸ ਬਖਸ਼ਿਸ਼ ਕੀਤਾ, ਨਿਹਾਲ ਹੋ ਗਏ। ਆਪ ਹੀ ਨਿਹਾਲ ਨਹੀਂ ਹੋਏ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਨਿਹਾਲ ਹੋ ਗਏ। ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਐ ਗੁਰੂ ਸਾਹਿਬ ਜੀ ਦੀ ਜਿਹੜਾ ਚਰਨਾਂ ਦੀ ਸ਼ਰਨ ਹੈ ਨਾ, ਇਹ 68 ਤੀਰਥਾਂ ਦਾ ਮਹਾਰਾਜ ਕਹਿੰਦੇ ਭਾਈ ਫਲ ਵੀ ਛੋਟਾ ਰਹਿ ਜਾਂਦਾ ਹੈ। ਗੁਰੂ ਸਾਹਿਬ ਦੇ ਚਰਨਾਂ ਦੀ ਜਿਹੜੀ ਸ਼ਰਨ ਹੈ ਉਹ ਬਹੁਤ ਵੱਡੀ ਹੈ, ਉਹਦਾ ਫਲ ਮਹਾਰਾਜ ਕਹਿੰਦੇ ਭਾਈ ਦੱਸਿਆ ਨਹੀਂ ਜਾ ਸਕਦਾ। ਮਸਤਕ ਤੇ ਲੇਖ ਹੋਵੇ ਤਾਂ ਫਿਰ ਗੁਰੂ ਸਾਹਿਬ ਜੀ ਦੀ ਚਰਨਾਂ ਦੀ ਸ਼ਰਨ ਪ੍ਰਾਪਤ ਹੁੰਦੀ ਹੈ। ਵੱਡੇ ਹੀ ਭਾਗ ਹੋਣ ਤਾਂ ਫਿਰ ਮਹਾਰਾਜ ਦੀ ਸਿੱਖੀ ਮਿਲਦੀ ਹੈ, ਨਹੀਂ ਤੇ ਐਵੇਂ ਪੂਰੇ ਗੁਰੂ ਜੀ ਦੀ ਚਰਨਾਂ ਦੀ ਸ਼ਰਨ ਨਹੀਂ ਮਹਾਰਾਜ ਕਹਿੰਦੇ ਪ੍ਰਾਪਤ ਹੁੰਦੀ। ਪੂਜੈ ਸਦਾ ਵਿਸੇਖ, ਵਿਸ਼ੇਸ਼ ਜਾਣ ਕਰਕੇ ਪੂਜਾ ਕਰੇ ਗੁਰੂ ਸਾਹਿਬ ਦੇ ਚਰਨਾਂ ਦੀ। ਐਵੇਂ ਨਾ ਸਮਝ ਲਏ ਕਿ ਇਹ ਸੁਤੇ ਹੀ ਮੈਨੂੰ ਪ੍ਰਾਪਤ ਹੋਏ ਐ, ਅਸੀਂ ਇੱਥੇ ਲਾਗੇ ਘਰ ਵਾ ਤਾਂ ਕਰਕੇ ਹਜੂਰ ਸਾਹਿਬ ਰਹਿੰਦੇ ਆ। ਨਹੀਂ, ਖੋਰੇ ਕਿੱਥੇ ਜਨਮ ਪਰਮੇਸ਼ਰ ਦੇ ਦੇ, ਫਿਰ ਕਿਤੇ ਦਰਸ਼ਨ ਹੀ ਨਾ ਲੱਭਣ ਮਹਾਰਾਜ ਦੇ। ਇਹ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਰਮਾਂ ਦਾ ਲੇਖ ਪਾਤਾ ਸੱਚੇ ਪਾਤਸ਼ਾਹ ਨੇ ਕਿ ਆਪਣੇ ਏਡੇ ਤਖਤ ਅਸਥਾਨ ਦੀ ਸੰਗਤ ਦੇਤੀ ਸਤਿਗੁਰੂ ਜੀ ਨੇ। ਜਿਹੜੇ ਵੇਖੋ ਏਡੇ ਏਡੇ ਮੁੱਖ ਸਥਾਨਾਂ ਦੇ ਲਾਗੇ ਰਹਿ ਕੇ ਵੀ, ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਕੋਲ ਰਹਿ ਕੇ ਵੀ ਜੇ ਏਡੇ ਮਹਾਨ ਤੀਰਥ ਤੇ ਇਸ਼ਨਾਨ ਨਾ ਕਰੇ, ਰੋਜ਼ ਕੀਰਤਨ ਨਾ ਸੁਣੇ, ਤਾਂ ਫਿਰ ਸਾਧ ਸੰਗਤ ਜੀ ਕੀ ਲਾਭ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਭਾਈ ਲੇਖ ਪਿਆ ਹੋਇਆ, ਫਿਰ ਕਿਤੇ ਵਾਂਝਾ ਨਾ ਰਹਿ ਜੀ। ਵਿਸ਼ੇਸ਼ ਕਰਕੇ ਹੋਰ ਕੰਮਾਂ ਨੂੰ ਛੱਡ ਕੇ ਗੁਰੂ ਸਾਹਿਬ ਜੀ ਦੀ ਪੂਜਾ ਕਰਿਆ ਕਰ, ਮਹਾਰਾਜ ਦੇ ਚਰਨਾਂ ਨੂੰ ਪੂਜਿਆ ਕਰ। ਸਤਿਗੁਰੂ ਦੇ ਚਰਨਾਂ ਦੀ ਪੂਜਾ ਕੀ ਹੈ? ਸ਼ਬਦ ਵਿੱਚ ਧਿਆਨ ਟਿਕਾਉਣਾ ਹੀ ਮਹਾਰਾਜ ਦੇ ਚਰਨਾਂ ਦੀ ਪੂਜਾ ਹੈ। ਤੇ ਜੇ ਹੁਣ ਐਡੇ ਮਹਾਰਾਜ ਦੇ ਤਖਤ ਅਸਥਾਨ ਤੇ ਇਸ ਨਗਰੀ ਵਿੱਚ ਜਿਹੜੀ ਸਤਜੁਗ ਦੀ ਪਵਿੱਤਰ ਨਗਰੀ ਹੈ, ਉੱਥੇ ਰਹੀਏ ਤੇ ਦੋਵੇਂ ਟਾਈਮ ਮਹਾਰਾਜ ਦੀ ਸੰਗਤ ਨਾ ਕਰੀਏ, ਕੀਰਤਨ ਨਾ ਸੁਣੀਏ, ਕਥਾ ਨਾ ਸੁਣੀਏ, ਤੇ ਫਿਰ ਮਹਾਰਾਜ ਦੀ ਨਗਰੀ ਵਿੱਚ ਲੈਣ ਦਾ ਸਾਨੂੰ ਲਾਭ ਕੀ ਹੋਇਆ। ਪੂਜੈ ਸਦਾ ਵਿਸ਼ੇਖ, ਮਹਾਰਾਜ ਕਹਿੰਦੇ ਭਾਈ ਇਉਂ ਸਦਾ ਹੀ ਹਰ ਵੇਲੇ ਸਦਾ ਵਾਸਤੇ ਵਿਸ਼ੇਸ਼ਤਾਈ ਕਰਕੇ। ਇਹ ਨਹੀਂ ਕਿ ਸਾਡੇ ਹੋਰ ਕੰਮ ਵਿਸ਼ੇਸ਼ ਹੋਣ, ਉੱਠਦੇ ਕਿਸੇ ਹੋਰ ਪਾਸੇ ਨੂੰ ਭੱਜ ਜਾਈਏ, ਦੁਪਹਿਰੇ ਕਿਧਰੇ ਹੋਰ ਹੀ ਚੱਲ ਜਾਈਏ, ਸ਼ਾਮ ਨੂੰ ਹੋਰ ਦਾਵਤਾਂ ਤੇ ਤੁਰੇ ਫਿਰੀਏ, ਇਹ ਵਿਸ਼ੇਸ਼ ਨਹੀਂ ਹੈ। ਵਿਸ਼ੇਸ਼ ਹੈ ਸਤਿਗੁਰਾਂ ਦੀ ਸੰਗਤ ਕਰਨੀ। ਇਹ ਕਦੇ ਸੋਚਿਆ ਹੀ ਨਹੀਂ ਕਿ ਮੈਂ ਰਹਿੰਦਾ ਇੱਥੇ ਨਗਰੀ ਵਿੱਚਾਂ ਤੇ 5-5 ਦਿਨ 10-10 ਦਿਨ ਗੁਜ਼ਰ ਗਏ ਮਹਾਰਾਜ ਦੇ ਤਖਤ ਅਸਥਾਨ ਤੇ ਸੰਗਤ ਕੀਤਿਆਂ, ਤਾਂ ਫਿਰ ਵਿਸ਼ੇਸ਼ ਨਾ ਹੋਇਆ। ਵਿਸ਼ੇਸ਼ ਤਾਂ ਉਹਨਾਂ ਲਈ ਹੈ ਨਾ। ਇਹ ਸਾਧ ਸੰਗਤ ਜੀ ਵੇਖੋ ਬੰਦ ਹੋਏ ਸੀ ਦਰਵਾਜ਼ੇ, ਕਿਉਂਕਿ ਉਹ ਹੁਣ ਹਕੂਮਤ ਕਹਿੰਦੀ ਹੈ ਕਿ ਬੰਦ ਕਰਨੇ ਪੈਣਗੇ, ਸਰੀਰਾਂ ਤੋਂ ਬਿਮਾਰੀ ਫੈਲਦੀ ਹੈ। ਤੇ ਇੱਥੇ ਇਹੋ ਜੇ ਮਹਾਰਾਜ ਦੇ ਪਿਆਰੇ ਸਿੱਖ ਜੇ ਸਖਤਾਈ ਨਾਲ ਨਹੀਂ ਸੀ ਆਉਣ ਦਿੱਤਾ ਤੇ ਦਰਵਾਜ਼ੇ ਤੇ ਬੈਠ ਕੇ ਬਾਣੀ ਪੜ੍ਹ ਰਹੇ ਸੀ। ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਆਪ ਦੀ ਪ੍ਰੀਤ ਲਾਉਂਦੇ ਆ, ਉਹਨਾਂ ਦੀ ਜ਼ਿੰਦਗੀ ਦਾ ਵਿਸ਼ੇਸ਼ ਇਹੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਪੂਜਨ ਕਰਨਾ। ਗਰੀਬ ਨਵਾਜ ਸਤਿਗੁਰੂ ਜੀ ਦੇ ਤਖਤ ਤੇ ਆ ਕੇ ਬਾਣੀ ਪੜ੍ਹਦੇ ਆ, ਹਾਜ਼ਰੀ ਭਰਦੇ ਆ। ਉਹ ਦਰਵਾਜ਼ੇ ਤੇ ਬਹਿ ਕਰਕੇ, ਉਹ 1 ਨੰਬਰ ਗੇਟ ਆ ਸਾਹਮਣੇ ਬੈਠੇ, ਉਹ ਕੀਰਤਨ ਕਥਾ ਉੱਥੇ ਹੀ ਬਹਿ ਕੇ ਸੁਣਦੇ, ਆਪਣੀ ਬਾਣੀ ਪੜ੍ਹਦੇ। ਤੇ ਕਈ ਤਾਂ ਗੁਰਮੁਖ ਫਿਰ ਜਿਹੜੇ ਤੇਜ ਕਰਾਰਾ ਉਹ ਟੱਪ ਕੇ ਵੀ ਆ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਹੀ ਹੈ ਜਿਨ੍ਹਾਂ ਨੂੰ ਭਾਈ ਪਿਆਰ ਲਾਉਂਦੇ ਆ। ਇਹ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਵਿਸ਼ੇਸ਼ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੀ ਪੂਜਾ ਕੀਤੀ ਹੈ, ਉਹਨਾਂ ਨੂੰ ਇਹ ਸਾਧ ਸੰਗਤ ਜੀ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਹਜੂਰ ਨੇ ਕਿਹਾ ਮਸਤਕ ਦਾ ਲੇਖ ਹੈ ਗੁਰਸਿੱਖੋ, ਜਿਹਦੇ ਮਸਤਕ ਤੇ ਵਾਹਿਗੁਰੂ ਪਾਉਂਦੇ ਹੈ, ਉਹਨੂੰ ਗੁਰੂ ਸਾਹਿਬ ਦੇ ਚਰਨਾਂ ਦੀ ਪ੍ਰੀਤ ਲੱਗਦੀ ਹੈ। 68 ਤੀਰਥਾਂ ਦਾ ਫਲ ਵੀ ਜਿਹੜਾ ਨਾ ਗੁਰੂ ਸਾਹਿਬ ਦੇ ਚਰਨਾਂ ਦੀ ਪ੍ਰੀਤ ਦੇ ਬਰਾਬਰ ਨਹੀਂ ਪੈਂਦਾ, ਛੋਟਾ ਪੈ ਜਾਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵਿਸ਼ੇਸ਼ ਕਰਕੇ ਪੂਜਨ ਕਰ ਲਵੇ। ਮਨੁੱਖਾ ਜਨਮ ਮਿਲਿਆ, ਇਹ ਅਮੋਲਕ ਸਵਾਸ ਮਿਲੇ, ਗੁਰੂ ਜੀ ਦੀ ਸਿੱਖੀ ਮਿਲੀ, ਸੰਗਤ ਮਿਲ ਗਈ, ਫਿਰ ਵਿਸ਼ੇਸ਼ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੀ ਪੂਜਾ ਕਰੇ। ਹੋਰ ਕੰਮ ਵਿਸ਼ੇਸ਼ ਸਾਰੇ ਜਿਹੜੇ ਆ ਉਹਨਾਂ ਨੂੰ ਤਿਆਗ ਦੇਵੇ, ਵਿਸ਼ੇਸ਼ ਨਹੀਂ ਹਨ। ਮਹਾਰਾਜ ਦੇ ਚਰਨ ਹੀ ਵਿਸ਼ੇਸ਼ ਹੈ, ਪੂਜਾ ਕਰ ਲਵੇ, ਸਤਿਗੁਰੂ ਦਾ ਨਾਮ ਧਿਆ ਲਵੇ। ਹੰਸ ਹੇਤ ਲੋਭ ਕੋਪ, ਸਤਿਗੁਰੂ ਜੀ ਫਰਮਾਉਂਦੇ ਆ ਕਿ ਜੀਵ ਭਾਈ ਇਹ ਜਿਹੜੇ ਗੁਰੂ ਸਾਹਿਬ ਦੀ ਵਿਸ਼ੇਸ਼ ਕਰਕੇ ਚਰਨਾਂ ਦੀ ਪੂਜਾ ਕਿਉਂ ਨਹੀਂ ਕਰਦੇ। ਇਹ ਸਤਿਗੁਰਾਂ ਜੀ ਨੇ ਗਿਣਿਆ ਹੈ ਹੰਸ ਹੇਤ ਲੋਭ ਤੇ ਕੋਪ। ਹੰਸ ਹਿੰਸਾ ਨੂੰ ਕਹਿੰਦੇ ਆ ਸਾਧ ਸੰਗਤ ਜੀ। ਜੀਵ ਦੇ ਸਵਾਦ ਵਾਸਤੇ ਧਰਮ ਤੋਂ ਉਲਟ ਜੀਆਂ ਦਾ ਘਾਤ ਕਰਨਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਬਾਣੀ ਕਰਕੇ ਵੀ ਹਿੰਸਾ ਹੈ।
ਜਿਹੜਾ ਕੌੜਾ ਬੋਲ ਕੇ ਕਿਸੇ ਦਾ ਦਿਲ ਢਾ ਦੇਣਾ, ਇਹ ਵੀ ਸਾਧ ਸੰਗਤ ਜੀ ਜੀਵ ਘਾਤ ਕਰਨ ਦੇ ਬਰਾਬਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ ਹੇਤ ਕਹਿੰਦੇ ਆ ਮੋਹ ਨੂੰ, ਤੇ ਲੋਭ ਕਹਿੰਦੇ ਆ ਪਦਾਰਥਾਂ ਦਾ ਲੋਭ ਕਰ ਲਓ, ਮਾਇਆ ਦਾ ਲੋਭ ਕਰ ਲਓ, ਵਿਸ਼ਿਆਂ ਦੇ ਭੋਗਣ ਦਾ ਲੋਭ ਕਰ ਲਓ, ਤੇ ਕੋਪ ਕਹਿੰਦੇ ਆ ਕ੍ਰੋਧ ਨੂੰ। ਇਹ ਚਾਰੇ ਜੋ ਸਮਝਣੇ, ਹੰਸ ਹਿੰਸਾ ਕਰਨੀ, ਧਰਮ ਤੋਂ ਉਲਟ ਜਾ ਕਰਕੇ ਜੀ ਘਾਤ ਕਰਨਾ, ਕਿਸੇ ਦਾ ਦਿਲ ਤੋੜਨਾ, ਮੂੰਹ ਤੋਂ ਹਿੰਸਾ ਕਰਨੀ, ਬਾਣੀ ਦੀ ਹਿੰਸਾ ਕਰਨੀ। ਇਉਂ ਹਿੰਸਾ ਨੇਤਰਾਂ ਕਰਕੇ ਵੀ ਹੋ ਜਾਂਦੀ ਹੈ, ਭੈੜਾ ਵੇਖਣ ਦੇ ਨਾਲ। ਇਉਂ ਸਾਧ ਸੰਗਤ ਜੀ ਇਹ ਆਪਣਾ ਜੀਵ ਆਤਮਾ ਦੀ ਹਿੰਸਾ ਕਰਦੇ ਆ ਅੰਦਰ। ਤੇ ਇਹ ਸਾਰੇ ਜਿਹੜੇ ਆ ਵੇਖਣਾ ਬੁਰਾ, ਸੁਣਨਾ ਬੁਰਾ, ਬੋਲਣਾ ਕੌੜਾ, ਇਹ ਹਿੰਸਾ ਵਿੱਚ ਆਉਂਦੇ ਆ ਸਾਰੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਹਿੰਸਾ ਕਰਨੀ ਹੈ, ਹੇਤ ਮੋਹ ਜਿਹੜਾ ਚਿੰਬੜਿਆ ਹੈ, ਲੋਭ ਹੈ, ਤੇ ਕੋਪ ਜਿਹੜਾ ਕ੍ਰੋਧ ਹੈ। ਚਾਰੇ ਨਦੀਆਂ ਅੱਗ, ਇਹ ਚਾਰੇ ਅੱਗ ਦੇ ਦਰਿਆ ਹਨ। ਇਹ ਹਿੰਸਾ ਵੀ ਅੱਗ ਦਾ ਦਰਿਆ ਹੈ, ਤੇ ਮੋਹ ਵੀ ਅੱਗ ਦਾ ਦਰਿਆ ਹੈ, ਲੋਭ ਵੀ ਅੱਗ ਦਾ ਦਰਿਆ ਹੈ, ਤੇ ਕੋਪ ਕ੍ਰੋਧ ਵੀ ਅੱਗ ਦਾ ਦਰਿਆ ਹੈ। ਇਹ ਮਹਾਰਾਜ ਕਹਿੰਦੇ ਭਾਈ ਜੀਆਂ ਦੇ ਅੰਦਰ ਜਿਹੜੇ ਆ ਨਾ ਚਾਰ ਅੱਗ ਦੇ ਦਰਿਆ ਹਜੂਰ ਕਹਿੰਦੇ ਵਗ ਰਹੇ ਆ। ਪਵਹਿ ਦਜਹਿ ਨਾਨਕਾ, ਹਜੂਰ ਕਹਿੰਦੇ ਪੈ ਪੈ ਕਰਕੇ ਇਹਦੇ ਅੰਦਰ ਨਾ ਜੀਵ ਦਜਹਿ ਸੜ ਰਹੇ ਆ। ਪਵਹਿ ਦਜਹਿ ਨਾਨਕਾ, ਹਜੂਰ ਗੁਰੂ ਨਾਨਕ ਸਾਹਿਬ ਦੇ ਵਾਕ ਹਨ ਕਿ ਜੀਵ ਇਹਨਾਂ ਅੱਗ ਦੇ ਦਰਿਆਵਾਂ ਵਿੱਚ ਪੈ ਪੈ ਕਰਕੇ ਸੜ ਰਹੇ ਆ। ਹੁਣ ਵੇਖ ਲਓ ਇਹ ਹਿੰਸਾ ਦਾ ਕਰਨਾ ਵੀ ਅੱਗ ਦਾ ਦਰਿਆ ਏ, ਮੋਹ ਸ਼ਰੀਰਾਂ ਦਾ ਚਿੰਬੜਿਆ ਹੋਇਆ, ਮੋਹ ਵਸ ਹੋ ਕੇ ਜਿਹੜੀਆਂ ਗਲਤੀਆਂ ਕਰਦੇ ਇਹ ਵੀ ਮਹਾਰਾਜ ਨੇ ਕਿਹਾ ਅੱਗ ਦਾ ਦਰਿਆ ਏ। ਲੋਭ ਵੀ ਅੱਗ ਦਾ ਦਰਿਆ ਏ, ਤੇ ਕ੍ਰੋਧ ਵੀ ਅੱਗ ਦਾ ਦਰਿਆ ਤਾਂ ਹੈਗਾ ਹੀ, ਉਹ ਤਾਂ ਪ੍ਰਤੱਖ ਹੀ। ਮਹਾਰਾਜ ਕਿਹਾ ਇਹਦੇ ਵਿੱਚ ਪੈ ਪਾ ਕਰਕੇ ਸੰਸਾਰ ਦੇ ਜੀਵ ਜਿਹੜੇ ਸੜਦੇ ਐ, ਗੁਰੂ ਸਾਹਿਬ ਦੇ ਚਰਨਾਂ ਦੀ ਪੂਜਾ ਤੋਂ ਵਾਂਝੇ ਰਹਿ ਰਹੇ ਆ। ਤਰੀਐ ਕਰਮੀ ਲਗ, ਜਿਨ੍ਹਾਂ ਉੱਤੇ ਕਰਮੀ ਬਖਸ਼ਿਸ਼ ਹੋ ਜਾਂਦੀ ਆ ਨਾ ਮੇਰੇ ਗੁਰੂ ਸਾਹਿਬ ਜੀ ਦੀ, ਉਹ ਫਿਰ ਇਹ ਚਾਰੇ ਹੀ ਅੱਗ ਦੇ ਦਰਿਆ ਜਿਹੜੇ ਆ ਤਰ ਕੇ ਸਾਧ ਸੰਗਤ ਜੀ ਨਿਕਲ ਜਾਂਦੇ ਆ। ਨਹੀਂ ਤੇ ਪਾਣੀ ਦਾ ਦਰਿਆ ਤਾਂ ਵੇਖੋ ਸੁਣਿਆ ਨਾ, ਪਰ ਮਹਾਰਾਜ ਆਖਿਆ ਅੱਗ ਦੇ ਦਰਿਆ ਹਨ। ਅੱਗ ਦੇ ਭਾਂਬੜ ਵਿੱਚੋਂ ਬਚਣਾ ਤਾਂ ਬੜਾ ਕਠਨ ਹੈ, ਬੜਾ ਦੁਸਤਰ ਹੈ। ਸਤਿਗੁਰੂ ਜੀ ਕਹਿੰਦੇ ਨੇ ਤਰੀਆ ਕਰਮੀ ਲੱਗ। ਜਦੋਂ ਗੁਰੂ ਸਾਹਿਬ ਜੀ ਦੀ ਕਰਮੀ ਬਖਸ਼ਿਸ਼ ਹੋਵੇ ਨਾ, ਫਿਰ ਇਹਨਾਂ ਚੌਹਾਂ ਹੀ ਅੱਗ ਦੇ ਦਰਿਆਵਾਂ ਵਿੱਚੋਂ ਹਜੂਰ ਕਹਿੰਦੇ ਜਿਹੜਾ ਹੈ ਉਹ ਕੰਢੇ ਲੱਗ ਜਾਈਦਾ ਹੈ। ਮੁਕਤੀ ਰੂਪੀ ਕੰਢੇ ਤੇ ਲੱਗ ਜਾਈਦਾ, ਸ਼ਾਂਤੀ ਰੂਪੀ ਕੰਢੇ ਤੇ ਲੱਗ ਜਾਈਦਾ, ਦਇਆ ਰੂਪੀ ਕੰਢੇ ਤੇ ਚੜ ਜਾਈਦਾ ਜਦੋਂ ਗੁਰੂ ਸਾਹਿਬ ਦੀ ਭਾਈ ਬਖਸ਼ਿਸ਼ ਹੋ ਜਾਵੇ। ਪੌੜੀ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜੀਵ ਦਿਆ ਮਰ ਮਾਰ ਪੜ੍ਹ ਦਿਓ ਨਾ ਪਛਤਾਈਐ। ਮਹਾਰਾਜ ਨੇ ਫਰਮਾਇਆ ਕਿ ਜੀਵ ਦਿਆ ਮਰ ਮਾਰ। ਹਜੂਰ ਕਹਿੰਦੇ ਨੇ ਮਰਨ ਦਾ ਜਦੋਂ ਸਮਾਂ ਆਇਆ ਉਦੋਂ ਤਾਂ ਸਰੀਰ ਖਤਮ ਹੋ ਹੀ ਜਾਣਾ ਨਾ, ਤੇ ਜੀਵਨ ਦਿਆ ਜਿੰਨਾ ਚਿਰ ਤੂੰ ਜਿਉਂਦਾ ਨਾ ਉਹਨਾਂ ਚਿਰ ਮਹਾਰਾਜ ਕਹਿੰਦੇ ਜਿਉਂਦਿਆਂ ਜੀ ਆਪਣੇ ਮਨ ਨੂੰ ਮਾਰ ਲੈ ਵਿਸ਼ਿਆਂ ਵੱਲੋਂ। ਜਿੰਨਾ ਚਿਰ ਤੂੰ ਜਿਉਣਾ ਹੈ, ਜਦੋਂ ਜੀਵਨ ਨਾ ਕੋਲ ਰਿਹਾ ਫਿਰ ਤਾਂ ਮਰ ਹੀ ਜਾਣਾ ਹੈ। ਤੇ ਜੇ ਜਿਉਂਦਿਆਂ ਜੀ ਮਹਾਰਾਜ ਕਹਿੰਦੇ ਭਾਈ ਮਨ ਨੂੰ ਵਿਸ਼ਿਆਂ ਵੱਲੋਂ ਮਾਰ ਲੈਣਾ ਕੀਤਾ, ਫਿਰ ਕੀ ਪ੍ਰਾਪਤ ਹੋਵੇਗਾ? ਜੀਵਨ ਦੇ ਅਮਰ ਮਾਰ। ਜੇ ਜਿਉਂਦਿਆਂ ਜੀ ਮਹਾਰਾਜ ਕਹਿੰਦੇ ਭਾਈ ਮਰ ਗਿਆ, ਵਿਸ਼ਿਆਂ ਵੱਲੋਂ ਮਾਰ ਨਾ ਕੀਤਾ, ਆਪਣੇ ਮਨ ਨੂੰ ਵਕਾਰਾਂ ਵੱਲੋਂ ਮਾਰ ਕੇ ਜੀਵਤ ਭਾਵ ਤੋਂ ਜੇ ਮਰ ਗਿਆ ਨਾ ਪਛਤਾਈਐ, ਫਿਰ ਤੈਨੂੰ ਪਛਤਾਵਾ ਨਹੀਂ ਰਹੇਗਾ, ਫਿਰ ਝੋਰੇ ਨਹੀਂ ਮਨ ਚ ਰਹਿਣਗੇ। ਤੇ ਜਿਵੇਂ ਸਾਧ ਸੰਗਤ ਜੀ ਕੋਈ ਜੀਵ ਝੋਰਿਆਂ ਵਿੱਚ ਕੋਈ ਲੁੱਟਿਆ ਹੀ ਜਾਵੇ ਤੇ ਕਹੇ ਉਹ ਮੈਨੂੰ ਜੇ ਪਤਾ ਹੁੰਦਾ ਤੇ ਮੈਂ ਉਹ ਨਾ ਕਰਦਾ। ਮਹਾਰਾਜ ਕਹਿੰਦੇ ਭਾਈ ਜੇ ਹੁਣ ਤੂੰ ਸੰਸਾਰ ਵਿੱਚ ਤੈਨੂੰ ਜ਼ਿੰਦਗੀ ਮਿਲੀ ਹੈ, ਸਵਾਸ ਮਿਲੇ ਹੈ, ਤੇ ਵਕਾਰਾਂ ਵੱਲੋਂ ਮਰ, ਤੇ ਵਕਾਰਾਂ ਨੂੰ ਆਪਣੇ ਅੰਦਰੋਂ ਮਾਰ ਕੇ ਜੀਵਤ ਭਾਵ ਤੋਂ ਮਰਨਾ ਕਰ। ਫਿਰ ਜਦੋਂ ਤੇਰਾ ਅੰਤ ਦਾ ਸਮਾਂ ਆਵੇਗਾ ਨਾ, ਫਿਰ ਤੈਨੂੰ ਝੋਰਾ ਨਹੀਂ ਰਹਿਣਾ ਵੀ ਲੈ ਵੀ ਜਿਹੜਾ ਕੰਮ ਕਰਨਾ ਸੀ ਉਹ ਤਾਂ ਕਰ ਲਿਆ, ਤੇ ਫਿਰ ਹੁਣ ਝੋਰਾ ਕਾਹਦਾ? ਝੋਰਾ ਤੈਨੂੰ ਰਹਿਣਾ ਹੀ ਨਹੀਂ, ਉੱਕਾ ਹੀ ਪਛਤਾਵਾ ਨਹੀਂ ਮਹਾਰਾਜ ਨੇ ਕਿਹਾ ਪੱਲੇ ਰਹੇਗਾ। ਝੂਠਾ ਇਹ ਸੰਸਾਰ, ਇਹ ਸੰਸਾਰ ਗੁਰੂ ਨਾਨਕ ਸਾਹਿਬ ਦੇ ਵਾਕ ਨੇ। ਮਹਾਰਾਜ ਕਹਿੰਦੇ ਝੂਠਾ ਹੈ, ਜਿਵੇਂ ਬੱਦਲ ਦੀ ਛਾਂ ਏ, ਜਿਵੇਂ ਬ੍ਰਿਕਸ਼ ਦੀ ਛਾਂ ਏ। ਮਹਾਰਾਜ ਕਿਹਾ ਇਹ ਸੰਸਾਰ ਭਾਈ ਝੂਠਾ ਹੈ।
ਇਹ ਜਗਤ ਦੀਆਂ ਪ੍ਰੀਤਾਂ ਝੂਠੀਆਂ ਹਨ, ਇਹਦੇ ਪਦਾਰਥ ਝੂਠੇ ਹਨ। ਜੋ ਕੁਝ ਸੰਸਾਰ ਹੈ, ਹਜੂਰ ਕਹਿੰਦੇ ਨੇ ਜਗਤ ਸਾਰਾ ਸੰਸਾਰ ਝੂਠ ਹੈ। ਕਿਨ ਸਮਝਾਈਐ, ਪਰ ਮਹਾਰਾਜ ਕਹਿੰਦੇ ਕਿਹਨੂੰ ਸਮਝਾਈਏ, ਲੋਕ ਮੰਨਦੇ ਹੀ ਨਹੀਂ। ਸੰਸਾਰ ਤਾਂ ਝੂਠਾ ਏ, ਪਰ ਕਹਿੰਦੇ ਨੇ ਸੱਚਾ, ਮੰਨਦੇ ਹੀ ਨਹੀਂ, ਆਖੇ ਹੀ ਨਹੀਂ ਲੱਗਦੇ। ਇਹ ਮਹਾਰਾਜ ਕਹਿ ਰਹੇ ਆ, ਸਤਿਗੁਰੂ ਜੀ ਵਾਕ ਦੱਸ ਰਹੇ ਆ। ਮਹਾਰਾਜ ਕਿਹਾ ਕਿਨ ਸਮਝਾਈਏ, ਕਿਹਨੂੰ ਸਮਝਾਈਏ। ਜਿਹਨੂੰ ਕਹੀਏ ਉਹ ਕਹਿੰਦਾ ਚੱਲ ਚੱਲ ਆਪਣਾ ਕੰਮ ਕਰ, ਇਹ ਸੰਸਾਰ ਝੂਠਾ ਥੋੜੋ ਹੈ, ਉਹਨੂੰ ਸੱਚਾ ਮੰਨ ਕੇ ਜਿਉਂਦੇ ਆ। ਇਹ ਤਾਂ ਪੂਰੇ ਗੁਰੂ ਜੀ ਹੈ, ਜੇ ਇੱਕ ਦ੍ਰਿਸ਼ਟੀ ਨਾਲ ਤੱਕ ਕੇ ਸਮਝਾਉਣ ਕਹਿਣ ਤਾਂ ਫੇਰ ਹੀ ਸਮਝ ਆਉਂਦੀ ਹੈ। ਹਜੂਰ ਕਹਿੰਦੇ ਝੂਠਾ ਹੈ ਸੰਸਾਰ, ਪਰ ਭਾਈ ਕਿਹਨੂੰ ਸਮਝਾਈਏ, ਲੋਕ ਸੱਚ ਹੀ ਮੰਨੀ ਬੈਠੇ ਆ। ਸੱਚ ਨ ਧਰੇ ਪਿਆਰ, ਸੱਚੇ ਨਾਮ ਨਾਲ ਪਿਆਰ ਨਹੀਂ ਕਰਦੇ, ਝੂਠੇ ਸੰਸਾਰ ਨਾਲ ਪਿਆਰ ਕਰਦੇ ਆ। ਧੰਦਾ ਧਾਈਐ, ਧੰਦਿਆਂ ਦੇ ਅੰਦਰ ਹੀ ਧਾਈਏ ਦੌੜੇ ਫਿਰਦੇ ਰਹਿੰਦੇ ਆ, ਰਾਤ ਦਿਨ ਧੰਦਿਆਂ ਦੇ ਵਿੱਚ ਹੀ ਚਲੇ ਫਿਰਦੇ ਰਹਿੰਦੇ ਆ, ਸੱਚਾ ਮੰਨ ਕੇ ਸੰਸਾਰ ਨੂੰ। ਮਹਾਰਾਜ ਕਹਿੰਦੇ ਸੱਚ ਨਾਲ ਭਾਈ ਪਿਆਰ ਨਹੀਂ ਕਰਦੇ ਤੇ ਝੂਠੇ ਧੰਦਿਆਂ ਵਿੱਚ ਦੌੜੇ ਫਿਰਦੇ ਆ। ਕਾਲ ਬੁਰਾ ਖੈ ਕਾਲ, ਜਿਹੜਾ ਮਹਾਰਾਜ ਨੇ ਕਿਹਾ ਭਾਈ ਕਾਲ ਹੈ ਨਾ, ਮੌਤ, ਇਹ ਬਹੁਤ ਬੁਰੀ ਹੈ, ਖੈ ਨਾਸ਼ ਕਰ ਦੇਣੀ ਹੈ ਸਰੀਰ ਨੂੰ। ਜਿਸ ਸਰੀਰ ਨੂੰ ਤੂੰ ਸੱਤ ਸਮਝਿਆ ਹੋਇਆ ਨਾ, ਇਹ ਹਜੂਰ ਨੇ ਕਿਹਾ ਕਿ ਜੀਵ ਮਰਦੇ ਵੇਖਦਾ ਹੈ ਪਰ ਫਿਰ ਵੀ ਸੋਚਦਾ ਮੈਂ ਨਹੀਂ ਮਰਨਾ, ਇਹ ਮਰਿਆ ਹੈ। ਭਈ ਇਹ ਆਪਣੇ ਮਨ ਵਿੱਚ ਝਾਤੀ ਨਹੀਂ ਮਾਰਦਾ ਕਿ ਮੇਰਾ ਸਰੀਰ ਕਿਹੜਾ ਲੋਹੇ ਦਾ ਬਣਿਆ ਹੈ, ਪੰਜਾਂ ਤੱਤਾਂ ਦਾ ਹੀ ਬਣਿਆ ਨਾ। ਜੇ ਮੇਰੇ ਸਾਹਮਣੇ ਪੰਜਾਂ ਤੱਤਾਂ ਦੀ ਦੇਹੀ ਫੱਟੇ ਤੇ ਪੈ ਗਈ ਹੈ ਤੇ ਫਿਰ ਮੇਰੀ ਕਿਹੜੀ ਵਾਰੀ ਨਹੀਂ ਆਉਣੀ। ਮਹਾਰਾਜ ਨੇ ਕਿਹਾ ਕਾਲ ਬਹੁਤ ਬੁਰਾ ਹੈ, ਪਰ ਤੈਨੂੰ ਵਿਆਪਿਆ ਨਹੀਂ ਨੇ। ਜਦੋਂ ਵਿਆਪਣਾ ਉਦੋਂ ਤੈਨੂੰ ਪਤਾ ਲੱਗਣਾ, ਜਦੋਂ ਸੂਖਸ਼ਮ ਸਰੀਰ ਕੱਢ ਕੇ ਵੱਖਰਾ ਕਰ ਦੇਣਾ, ਫਿਰ ਤੈਨੂੰ ਪਤਾ ਲੱਗਣਾ ਕਿ ਬੜਾਏ ਤਾਂ ਬਈ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਉਹ ਤੇਰੇ ਕੋਲੋਂ ਸਹਿਆ ਨਹੀਂ ਜਾਣਾ। ਪਰ ਹੁਣ ਤੂੰ ਪਰਵਾਹ ਹੀ ਨਹੀਂ ਕਰਦਾ ਹੈ। ਫਿਰ ਪੜੋ, ਕਾਲ ਬੁਰਾ ਖੈ ਕਾਲ, ਕਾਲ ਸਮੇਂ ਨੂੰ ਕਹਿੰਦੇ ਆ। ਮਹਾਰਾਜ ਕਹਿੰਦੇ ਜਿਹੜਾ ਜਨਮ ਕਾਲ ਹੈ ਨਾ, ਇਹ ਵੀ ਬੜਾ ਬੁਰਾ ਹੈ, ਕਿਉਂਕਿ ਬਹੁਤ ਜ਼ਿਆਦਾ ਉਸ ਸਮੇਂ ਪੀੜਾ ਮਨੁੱਖ ਨੂੰ ਹੁੰਦੀ ਹੈ। ਜਦੋਂ 100 ਜਨਮ ਦਾ ਗਿਆਨ ਹੀ ਭੁੱਲਦਾ, ਇੰਨੀ ਪੀੜਾ ਹੁੰਦੀ ਹੈ ਜਨਮ ਵੇਲੇ। ਤੇ ਇੰਨੀ ਪੀੜਾ ਜਨਮ ਵੇਲੇ ਬੁਰਾ ਦੁੱਖ ਸਹਿਣਾ ਪੈਂਦਾ ਹੈ। ਤੇ ਖੈ ਕਾਲ, ਇੱਕ ਤਾਂ ਜਨਮ ਕਾਲ ਹੈ, ਇੱਕ ਖੈ ਕਾਲ ਹੈ। ਭਾਵ ਖੈ ਕਹਿੰਦੇ ਆ ਮੌਤ ਨੂੰ, ਨਾਸ਼ ਹੋਣ ਨੂੰ। ਜਿਹੜਾ ਮੌਤ ਕਾਲ ਹੈ ਇਹ ਵੀ ਬਹੁਤ ਮਹਾਰਾਜ ਕਹਿੰਦੇ ਬੁਰਾ ਹੈ। ਸਾਰੀ ਜਿੰਦ ਜਿਹੜੀ ਆ ਉਸ ਸਮੇਂ ਬਹੁਤ ਦੁਖੀ ਹੁੰਦੀ ਹੈ, ਹੱਡ ਕੜਕ ਕੜਕ ਕਰਕੇ ਛੁੱਟਦੇ ਆ, ਤੇ ਬਹੁਤ ਜ਼ਿਆਦਾ ਹਜੂਰ ਕਹਿੰਦੇ ਇਹ ਬੁਰਾ ਸਮਾਂ ਹੈ। ਕਿਉਂ ਤੂੰ ਨਹੀਂ ਚੇਤੇ ਕਰਦਾ? ਫਿਰ ਸੋਚਦਾ ਹੈ ਚੱਲ ਕੋਈ ਨਹੀਂ, ਪੁੰਨ ਕਰਮ ਇੰਨੇ ਕੀਤੇ ਤੇ ਜਨਮ ਮਿਲ ਜਾਏਗਾ। ਉਹ ਜਨਮ ਵੀ ਸੌਖਾ ਨਹੀਂ, ਬਹੁਤ ਬੁਰਾ ਕਾਲ ਵਾ ਉਹ। ਤੇ ਪੁੱਠਾ ਲਟਕਣਾ ਤੇ ਫਿਰ ਜਨਮ ਲੈਣਾ, ਇਹ ਬਹੁਤ ਜ਼ਿਆਦੀ ਪੀੜਾ ਹੈ, ਤੇ ਇੱਥੋਂ ਸਹੀ ਨਹੀਂ ਜਾਣੀ। ਜਿਹਨੂੰ ਤੂੰ ਸੌਖਿਆਂ ਸੋਚ ਰਿਹਾ, ਉਦੋਂ ਜਦੋਂ ਸੀਗਾ ਉਦੋਂ ਤਰਲੇ ਕਰਦਾ ਸੈਂ, ਉਦੋਂ ਤੇ ਮਾਤਾ ਦੇ ਗਰਭ ਦੇ ਕਸ਼ਟ ਨਹੀਂ ਸੀ ਸਹਾਰੇ ਜਾਂਦੇ, ਬੜਾ ਦੁਖੀ ਸੈਂ। ਤੇ ਮੌਤ ਵੇਲੇ ਜਿਹੜਾ ਦੁੱਖ ਹੋਣਾ ਹੈ ਉਹ ਬਹੁਤ ਜ਼ਿਆਦਾ ਦੁੱਖ ਹੈ। ਮਹਾਰਾਜ ਨੇ ਕਿਹਾ ਬੁਰਾ ਹੈ, ਸਿਆ ਨਹੀਂ ਜਾਂਦਾ। ਸਿਰ ਦੁਨੀਆਈ ਹੈ, ਇਹ ਦੁਨੀਆ ਦੇ ਸਿਰ ਦੇ ਉੱਤੇ ਹੈ। ਜਿਹੜੀਆਂ ਦੋ ਨੀਆਂ ਹੈ ਨਾ, ਜਿਹਦੀਆਂ ਦੁੱਖ ਤੇ ਸੁੱਖ, ਮਹਾਰਾਜ ਕਹਿੰਦੇ ਦੁਨੀਆ ਦੇ ਸਿਰ ਦੇ ਉੱਤੇ ਜਨਮ ਦਾ ਕਾਲ ਤੇ ਮਰਨ ਦਾ ਕਾਲ, ਇਹ ਸਾਰੇ ਸੰਸਾਰ ਦੇ ਉੱਤੇ ਹੀ ਛਾਇਆ ਹੋਇਆ ਹੈ। ਇਹ ਵੇਖੋ ਸੰਸਾਰ ਦੀ ਹਾਲਤ ਹੀ ਇਸ ਜੀ ਹੈ, ਜਨਮ ਹੈ ਤੇ ਮੌਤ ਹੈ। ਤੇ ਭਾਵੇਂ ਕੋਈ ਕਿੰਨਾ ਇੱਥੇ ਸੁਖੀ ਪ੍ਰਤੀਤ ਹੁੰਦਾ ਹੈ, ਕਿੰਨਾ ਕੋਈ ਦੁਖੀ ਪ੍ਰਤੀਤ ਹੁੰਦਾ ਹੈ, ਕਿੰਨਾ ਕੋਈ ਰਾਜਾ ਹੈ, ਕਿਹੜਾ ਕੋਈ ਭਿਖਾਰੀ ਹੈ, ਇਹ ਸਮੇਂ ਤਾਂ ਦੋਵਾਂ ਦੇ ਉੱਤੇ ਹੀ ਬਣੇ ਹੋਏ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਦੁਨੀਆ ਦੇ ਸਿਰ ਦੇ ਉੱਤੇ ਭਾਈ ਇਹ ਇੱਕੋ ਜਿਹਾ ਹੈ। ਮਹਾਰਾਜ ਨੇ ਕਿਹਾ ਨਾ, ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਕਾਲ ਤਾਂ ਇਹੋ ਜਿਹਾ ਬਲਵਾਨ ਹੈ, ਚਾਹੇ ਰਾਜਾ ਚਾਹੇ ਪਰਜਾ ਸਮ ਬਰਾਬਰ ਕਰਕੇ ਮਾਰਦਾ ਹੈ। ਜਿਨ੍ਹਾਂ ਰਾਜਿਆਂ ਨੇ ਇੰਨੇ ਨੇ ਕਿਲਿਆਂ ਤੇ ਪਹਿਰੇ ਬਿਠਾਏ ਹੁੰਦੇ ਆ, ਉਹਨਾਂ ਨੂੰ ਵੀ ਗੁਫਾਵਾਂ ਚੋਂ ਕੱਢ ਲੈਂਦਾ ਕਾਲ, ਇਹ ਨਹੀਂ ਛੱਡਦਾ। ਮਹਾਰਾਜ ਕਹਿੰਦੇ ਭਾਈ ਇਹ ਤਾਂ ਬਹੁਤ ਜ਼ਿਆਦਾ ਦੁਨੀਆ ਦੇ ਸਿਰ ਤੇ ਹੀ ਹੈ, ਸਭ ਦੇ ਉੱਤੇ ਇੱਕੋ ਜਿਹਾ ਮੰਡਰਾ ਰਿਹਾ ਹੈ। ਹੁਕਮੀ ਸਿਰ ਜੰਦਾਰ, ਮਹਾਰਾਜ ਨੇ ਕਿਹਾ ਜਿਹੜਾ ਜਨਦਾਰ, ਜਿੰਦ ਦਾ ਆਰ ਵੈਰੀ ਹੈ ਨਾ, ਵਾਹਿਗੁਰੂ ਦੇ ਹੁਕਮ ਦੇ ਵਿੱਚ ਇਹ ਸਭ ਦੇ ਸਿਰ ਦੇ ਉੱਤੇ ਮਹਾਰਾਜ ਕਹਿੰਦੇ ਭਾਈ ਖੜਾ ਏ। ਮਾਰੇ ਦਾਈ ਹੈ, ਇਹ ਤੂੰ ਦਾਈਏ ਦਾਅਵੇ ਕਰਦਾ ਫਿਰਦਾ ਹੈ ਸੰਸਾਰ ਦੇ ਅੰਦਰ, ਇਹ ਤੈਨੂੰ ਮਾਰਨ ਨੂੰ ਤਿਆਰ ਖਲੋਤਾ ਹੈ।
ਮਹਾਰਾਜ ਕਹਿੰਦੇ ਭਾਈ ਤੂੰ ਦਾਅਵੇ ਕਰਦਾ ਹੈ ਕਿ ਆ ਜ਼ਮੀਨ ਮੇਰੀ ਹੈ, ਘਰ ਮੇਰਾ ਹੈ। ਜਿਵੇਂ ਕਬੀਰ ਜੀ ਨੇ ਕਿਹਾ ਨਾ, ਕਬੀਰ ਦਾਵਾ ਦਾਜਨ ਹੋਤ ਹੈ, ਨਿਰਦਾਵਾ ਰਹਿ ਨਿਸੰਗ। ਜਿਹੜਾ ਨਿਸ਼ੰਕ ਹੋ ਕਰਕੇ ਜਿਹੜਾ ਹੈ ਉਹ ਨਿਰਦਾਵੇ ਹੋ ਕਰਕੇ ਰਹਿਣਾ ਚਾਹੀਦਾ। ਭਾਵ ਦਾਅਵੇ ਨਹੀਂ ਸੰਸਾਰ 'ਚ ਜਿਤਾਉਣੇ ਚਾਹੀਦੇ, ਮੇਰ ਨਹੀਂ ਕਰਨੀ ਚਾਹੀਦੀ। ਤੇ ਤੂੰ ਜੀਵ ਮੇਰ ਕਰੀ ਜਾਣਾ ਹੈ। ਕਾਲ ਤੇਰੇ ਸਿਰ ਤੇ ਖੜਾ, ਜਿਹੜਾ ਤੇਰੇ ਜਿੰਦ ਦਾ ਆਰ ਵੈਰੀ ਹੈ, ਉਹ ਤੇਰੇ ਵੱਲ ਝਾਕ ਰਿਹਾ ਹੈ ਕਿ ਕਦੋਂ ਇਹਦੇ ਸਾਹ ਪੂਰੇ ਹੋਣ ਤੇ ਮੈਂ ਇਹਦੀ ਜਿੰਦ ਕੱਢਾਂ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ, ਫਿਰ ਪੜੋ। ਹੁਕਮੀ ਸਿਰਜੰਦਾਰ, ਵਾਹਿਗੁਰੂ ਦੇ ਹੁਕਮ ਦੇ ਮਹਾਰਾਜ ਕਹਿੰਦੇ ਅਨੁਸਾਰ ਹੀ ਤੇਰੇ ਸਿਰ ਦੇ ਉੱਤੇ ਤੇਰੇ ਜਿੰਦ ਦਾ ਵੈਰੀ ਜਿਹੜਾ ਜਮ ਇਹ ਖੜਾ ਹੈ। ਮਾਰੇ ਦਾਈ ਹੈ, ਮਹਾਰਾਜ ਕਹਿੰਦੇ ਉਹ ਭਾਈ ਦਾਵਾ ਨਿਸ਼ਚੈ ਕਰਕੇ ਉਹ ਤੈਨੂੰ ਮਾਰੂਗਾ। ਇਹ ਤੂੰ ਨਾ ਜਾਣ ਕਿ ਤੇਰੀ ਵਾਰੀ ਨਹੀਂ ਆਵੇਗੀ। ਤੋ ਉਹ ਤਾਂ ਕਿਉਂਕਿ ਉਹਦਾ ਦਾਵਾ ਹੀ ਇਹ ਹੈ ਕਿ ਮੈਂ ਭਾਈ ਮਾਰਨ ਦੀ ਡਿਊਟੀ ਲੱਗੀ ਹੈ। ਮੌਤ ਵਿਆਪੇਗੀ, ਮੌਤ ਆਵੇਗੀ, ਇੱਕ ਦਿਨ ਕਦੇ ਹੋ ਨਹੀਂ ਸਕਦਾ। ਹਜੂਰ ਨੇ ਤੇ ਕਿਹਾ ਕਿ ਦਿਲ ਸਮਝ ਤੂੰ ਪੀ ਭਾਊ ਚ, ਦਿਲ ਵਿੱਚ ਸਮਝ ਲੈ ਕਿ ਤੂੰ ਵੀ ਪਹੁੰਚਣ ਹੀ ਵਾਲਾ ਹੈ ਉੱਥੇ। ਹੁਣ ਇਹ ਕਿਉਂ ਆਪਣੇ ਮਨ ਚ ਖਿਆਲ ਕੀਤਾ ਕਿ ਮੈਂ ਰਹਿਣਾ ਸੰਸਾਰ ਦੇ ਅੰਦਰ। ਇਹ ਝੂਠੀਆਂ ਥੰਮੀਆਂ ਨਹੀਂ ਦੇਣੀਆਂ ਚਾਹੀਦੀਆਂ, ਸੱਚ ਦਾ ਸਾਹਮਣਾ ਕਰਨਾ ਚਾਹੀਦਾ। ਜਿਵੇਂ ਮੂਲੇ ਖੱਤਰੀ ਨੇ ਲਿਖ ਦਿੱਤਾ ਸੀ, ਪਰ ਮਹਾਰਾਜ ਜਣਾਇਆ ਸੀ ਕਿ ਜਾਣਿਆ ਕਿ ਜੇ ਲਿਖਿਆ ਹੀ ਹੈ। ਕਹਿੰਦਾ ਮਹਾਰਾਜ ਲਿਖਿਆ ਹੀ ਹੈ ਸੱਚੇ ਪਾਤਸ਼ਾਹ। ਹਜੂਰ ਕਹਿੰਦੇ ਫਿਰ ਜਾਣਨਾ ਚਾਹੁੰਦਾ ਤੇ ਨਾਲ ਚੱਲ ਪੈ। ਇਹ ਸਤਿਗੁਰਾਂ ਜੀ ਦੇ ਫਿਰ ਨਾਲ ਜਾਣਨ ਨੂੰ ਹੀ ਤੁਰਿਆ ਸੀ। ਸਤਿਗੁਰੂ ਜੀ ਕਹਿੰਦੇ ਝੂਠੀਆਂ ਥੰਮੀਆਂ ਜਿਹੜੀਆਂ ਨਾ ਜਿਉਣ ਦੀਆਂ, ਇਹ ਨਹੀਂ ਦੇਣੀਆਂ ਚਾਹੀਦੀਆਂ। ਉਹ ਤਾਂ ਮਹਾਰਾਜ ਨੇ ਕਿਹਾ ਦਾਵਾ ਕਰਕੇ ਮਾਰੇਗਾ, ਉਹ ਤਾਂ ਮਾਰਨ ਨੂੰ ਤਿਆਰ ਹੀ ਖੜਾ, ਹੁਕਮ ਦਾ ਹੀ ਬੱਧਾ ਆਪੇ ਦੇ ਪਿਆਰ। ਹਾਂਜੀ ਫਿਰ ਪੜੋ। ਆਪੇ ਦੇ ਪਿਆਰ, ਆਪ ਹੀ ਵਾਹਿਗੁਰੂ ਆਪਣਾ ਪਿਆਰ ਦਿੰਦਾ ਜਿਸ ਜੀਵ ਦੇ ਤਾਈ। ਮਨ ਵਸਾਈ ਹੈ, ਫਿਰ ਉਹਦੇ ਮਨ ਚ ਵਸਾ ਦਿੰਦਾ ਆਪਣਾ ਸਰੂਪ। ਮਹਾਰਾਜ ਜਦੋਂ ਪਿਆਰ ਦਿੰਦੇ ਆ ਨਾ, ਆਪਣਾ ਆਪੇ ਲਾਇਓ ਆਪਣਾ ਪਿਆਰ। ਇਹ ਪਿਆਰ ਵੀ ਲਾਉਣਾ ਸਾਧ ਸੰਗਤ ਜੀ ਕਿੱਥੇ ਜੀਵ ਦੇ ਹੱਥ ਨਹੀਂ ਹੈ। ਮਹਾਰਾਜ ਕਹਿੰਦੇ ਨਿਰੰਕਾਰ ਦੇ ਹੱਥ ਵਿੱਚ ਜਦੋਂ ਆਪਣਾ ਪਿਆਰ ਲਾ ਦਿੰਦਾ ਨਾ, ਫਿਰ ਮਨ ਵਸਾਈ ਹੈ। ਮਨ ਵਿੱਚ ਆਪਣਾ ਸਰੂਪ ਹੀ ਵਸਾ ਦਿੰਦਾ ਹੈ। ਤੇ ਜਿੱਥੇ ਨਿਰੰਕਾਰ ਦਾ ਸਰੂਪ ਵਸਿਆ ਉੱਥੇ ਮੌਤ ਕਿਵੇਂ ਮਾਰ ਦੂ। ਉਹ ਤਾਂ ਹੈ ਹੀ ਅਬਨਾਸੀ। ਸਰੀਰ ਤਾਂ ਪਹਿਲੋਂ ਹੀ ਉਹ ਸਰੀਰ ਤੋਂ ਉਥਾਨ ਹੋ ਗਏ, ਸੱਤ ਸਮਝਿਆ ਹੀ ਨਹੀਂ ਸੰਸਾਰ ਨੂੰ, ਦੇਹ ਨੂੰ ਝੂਠ ਸਮਝਿਆ। ਤੇ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਭਾਈ ਮਰਨਾ ਨਹੀਂ, ਅਸੀਂ ਤਾਂ ਸਦਾ ਹੀ ਜਿਉਂਦੇ ਰਹਿਣਾ ਹੈ। ਮੈਂ ਨਾ ਮਰੋ ਮਰਬੋ ਸੰਸਾਰਾ, ਕਬੀਰ ਜੀ ਨੇ ਕਿਹਾ। ਅਬ ਮੋਹਿ ਮਿਲਿਓ ਹੈ ਜੀਆਵਨ ਹਾਰਾ। ਕਹਿੰਦੇ ਮੈਨੂੰ ਭਾਈ ਸਦਾ ਜਿਉਣ ਵਾਲਾ ਪਰਮੇਸ਼ਰ ਜਿਹੜਾ ਹੈ ਉਹ ਪ੍ਰਾਪਤ ਹੋ ਗਿਆ ਹੈ। ਜੀਵਨੋਂ ਮੈਂ ਜੀਵਨ ਪਾਇਆ, ਮੈਂ ਤਾਂ ਭਾਈ ਜਿਉਂਦੇ ਰਹਿਣ ਵਾਲੀ ਅਵਸਥਾ ਪਾ ਲਈ ਹੈ। ਜਦੋਂ ਮਨ ਚ ਹੀ ਮਹਾਰਾਜ ਵਸ ਗਏ, ਫਿਰ ਮਹਾਰਾਜ ਕਹਿੰਦੇ ਕਾਲ ਨਹੀਂ ਭਾਈ ਖਾ ਸਕਦਾ। ਮੋਹਤ ਨਾ ਚਸਾ ਵਿਲੰਮ, ਜਿਹੜਾ ਸਾਧ ਸੰਗਤ ਜੀ ਚਸਾ ਮਾਤਰ ਜਿਹੜਾ ਸਮਾਂ ਹੈ, ਮੋਹਤ ਘੜੀ ਮਾਤਰ ਜਿਹੜਾ ਸਮਾਂ ਹੈ, ਮਹਾਰਾਜ ਕਹਿੰਦੇ ਵਿਲੰਬ ਦੇਰੀ ਨਹੀਂ ਭਾਈ ਕਰਨੀ ਚਾਹੀਦੀ। ਭਰੀਐ ਪਾਈਐ, ਜਦੋਂ ਭਰੀਏ ਨਾ ਗੁਣਾ ਨਾਲ ਭਰ ਜਾਈਏ ਤੇ ਫਿਰ ਪਾਈਏ ਪਾ ਲਈਦਾ ਪਰਮੇਸ਼ਰ ਨੂੰ। ਦੇਰੀ ਨਾ ਕਰੀਏ ਨਾ। ਇੱਕ ਘੜੀ ਮਾਤਰ ਮੋਹਤ ਘੜੀ ਨੂੰ ਕਹਿੰਦੇ ਆ, ਚਸਾ ਥੋੜਾ ਮਾਤਰ। ਮਹਾਰਾਜ ਕਹਿੰਦੇ ਵਿਲੰਬ ਦੇਰੀ ਨਹੀਂ ਕਰਨੀ ਚਾਹੀਦੀ ਪਰਮੇਸ਼ਰ ਦੇ ਨਾਮ ਜਪਣ ਨੂੰ। ਜਦੋਂ ਨਾਮ ਨਾਲ ਹਿਰਦਾ ਭਰ ਜਾਵੇ ਨਾ, ਜਾਂ ਪਿਆਰ ਨਾਲ ਜਦੋਂ ਹਿਰਦਾ ਭਰ ਜਾਵੇ ਨਾ, ਉਦੋਂ ਫਿਰ ਪਾਈਏ ਪਾ ਲਈਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਖਿਆਤਾ ਦੀ ਦਾਤ, ਫਿਰ ਵਾਹਿਗੁਰੂ ਦਾ ਦੀਦਾਰ ਹੋ ਜਾਂਦਾ ਜਦੋਂ ਪਿਆਰ ਨਾਲ ਹਿਰਦਾ ਭਰ ਜਾਵੇ। ਪਿਆਰ ਨਾਲ ਹਿਰਦਾ ਭਰੇ ਦੀ ਨਿਸ਼ਾਨੀ ਹੈ, ਨੇਤਰ ਸੱਜੜ ਹੋ ਜਾਂਦੇ ਆ, ਕੰਠ ਰੁਕ ਜਾਂਦਾ ਹੈ। ਉਹ ਪ੍ਰੀਤ ਦੀ ਅਵਸਥਾ ਹੈ। ਮਹਾਰਾਜ ਜਿਹਨੂੰ ਦੇ ਦਿੰਦੇ ਆ ਪ੍ਰਤੱਖ ਵੀ ਉਹਨਾਂ ਦੇ ਹਿਰਦੇ ਭਰ ਜਾਂਦੇ ਆ, ਕੰਠ ਭਰ ਜਾਂਦੇ ਆ, ਨੇਤਰ ਭਰ ਜਾਂਦੇ ਆ। ਇਹੋ ਜਿਹਾ ਜੀਵਨ ਰਸਮਈ ਬਣ ਜਾਂਦਾ ਏ। ਮੋਹਤ ਨਾ ਚਸਾ ਵਿਲੰਮ, ਹਜੂਰ ਕਹਿੰਦੇ ਨਾ ਭਾਈ ਇੱਕ ਘੜੀ ਵੀ ਨਾ ਦੇਰੀ ਕਰੋ। ਤੇ ਇਸ ਪ੍ਰਕਾਰ ਚਸਾ ਮਾਤਰ ਵੀ ਵਿਲੰਬ ਦੇਰੀ ਨਾ ਕਰੋ ਜਪਣ ਵਿੱਚ। ਭਰੀਐ ਪਾਈਐ, ਜਦੋਂ ਭਰ ਜਾਈਏ ਪਿਆਰ ਨਾਲ ਤੇ ਫਿਰ ਪਾ ਲਈਦਾ ਏ। ਗੁਰ ਪ੍ਰਸਾਦੀ ਬੁੱਝ, ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਸਰੂਪ ਨੂੰ ਬੁੱਝੀਦਾ ਹੈ। ਮਹਾਰਾਜ ਦੀ ਕਿਰਪਾ ਤੋਂ ਬਿਨਾਂ ਨਹੀਂ ਬੁੱਝ ਸਕੀਦਾ। ਸੱਚ ਸਮਾਈਐ, ਸੱਚ ਸਰੂਪ ਦੇ ਅੰਦਰ ਸਤਿਗੁਰੂ ਗਰੀਬ ਨਵਾਜ ਕਹਿੰਦੇ ਭਾਈ ਸਮਾ ਜਾਈਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਇੱਥੇ ਪੌੜੀ ਦੀ ਸੰਪੂਰਨਤਾ ਹੋਈ। ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਸਾਧ ਸੰਗਤ ਜੀ ਨਹੀਂ ਪ੍ਰਾਪਤੀ ਹੁੰਦੀ। ਸੱਚ ਦੇ ਅੰਦਰ ਜੇ ਸਮਾਉਣਾ ਹੈ ਤਾਂ ਫਿਰ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੀਏ। ਅੰਮ੍ਰਿਤ ਵੇਲੇ ਉੱਠੀਏ, ਨਾਮ ਜਪੀਏ, ਸੱਚੇ ਪਾਤਸ਼ਾਹ ਜੀ ਦਾ
ਹਰੇਕ ਗੁਰਸਿੱਖਾਂ ਦਾ ਭਾਵਨਾ ਨਾਲ ਇਹ ਮਨ ਵਿੱਚ ਭਾਵਨਾ ਰੱਖ ਕੇ ਸਤਿਕਾਰ ਕਰੀਏ। ਜਿਹੜੇ ਸਿੱਖਾਂ ਨੂੰ ਮਹਾਰਾਜ ਦਾ ਰੂਪ ਜਾਣਦਾ ਹੈ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਉਹਦੇ ਉੱਤੇ ਬਹੁਤ ਪ੍ਰਸੰਨ ਹੁੰਦੇ ਹੈ। ਮਹਾਰਾਜ ਦੀ ਕਿਰਪਾ ਲੈਣ ਦੀਆਂ ਇਹ ਸਾਰੀਆਂ ਨਿਸ਼ਾਨੀਆਂ ਨੇ। ਤੇ ਜਦੋਂ ਮਹਾਰਾਜ ਕਿਰਪਾ ਕਰਦੇ ਹੈ ਉਦੋਂ ਪਿਆਰ ਨਾਲ ਫਿਰ ਹਿਰਦਾ ਭਰ ਜਾਂਦਾ ਹੈ। ਪਿਆਰ ਨਾਲ ਭਰੇ ਹੋਏ ਹਿਰਦੇ ਦੇ ਅੰਦਰ ਮਹਾਰਾਜ ਦੀ ਕਿਰਪਾ ਵਰਤਦੀ ਹੈ, ਸੱਚ ਵਿੱਚ ਸਮਾ ਜਾਈਦਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਿੱਖਿਆ ਦਰੜਾਈ ਹੈ। ਸਤਿਗੁਰੂ ਜੀ ਕਿਰਪਾ ਕਰਨ। ਇਹ 20ਵਾਂ ਸ਼ਬਦ ਸਾਧ ਸੰਗਤ ਜੀ ਸ਼ਲੋਕਾਂ ਸਮੇਤ ਪੌੜੀ ਜੋ ਹੈ ਸੰਪੂਰਨ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਮੋਹਤ ਨਾ ਚਸਾ ਵਿਲੰਮ ਭਰੀਐ ਪਾਈਐ, ਗੁਰ ਪ੍ਰਸਾਦੀ ਬੁਝ ਸਚ ਸਮਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਆਗਨ